ਦੀ ਇੰਟਰਵਿਊ ਬਹੁਤ ਹੀ ਜ਼ਿਆਦਾ ਖਾਸ ਰਹਿਣ ਜਾ ਰਹੀ ਹੈ, ਕਿਉਂਕਿ ਇੱਕ ਬਹੁਤ ਹੀ ਬੇਹੱਦ ਅਹਿਮ ਜਿਹੜੀ ਪਰਸਨੈਲਿਟੀ ਨੇ, ਬਹੁਤ ਹੀ ਖਾਸ ਨੇ, ਜਿਨ੍ਹਾਂ ਦਾ ਬਹੁਤ ਹੀ ਵਧੀਆ ਸਮਾਜਿਕ ਰੁਤਬਾ ਵੀ ਹੈ, ਬਹੁਤ ਵੱਡੀਆਂ ਪ੍ਰਾਪਤੀਆਂ ਵੀ ਹਨ। ਉਹਨਾਂ ਦੀ ਅਸੀਂ ਅੱਜ ਇੰਟਰਵਿਊ ਕਰਨੀ ਹੈ, ਉਹਨਾਂ ਨਾਲ ਗੱਲਬਾਤ ਕਰਨੀ ਹੈ। ਅਤੇ ਉਹਨਾਂ ਦਾ ਨਾਮ ਹੈ ਜੀ ਡਾਕਟਰ ਨੀਲਮ ਗਰੇਵਾਲ, ਜੋ ਕਿ ਇਸ ਵਕਤ ਤਲਵੰਡੀ ਸਾਬੋ ਦੀ ਧਰਤੀ ਦੇ ਉੱਤੇ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਬਤੌਰ ਵਾਈਸ ਚਾਂਸਲਰ ਕੰਮ ਕਰ ਰਹੇ ਹਨ। ਅਤੇ ਇਸ ਤੋਂ ਇਲਾਵਾ ਜੇ ਇਹਨਾਂ ਦੇ ਆਪਾਂ ਪ੍ਰਾਪਤੀਆਂ ਦੀ ਗੱਲਬਾਤ ਕਰੀਏ ਤਾਂ ਇੱਕ ਬਹੁਤ ਲੰਬੀ ਲਿਸਟ ਬਣ ਜਾਂਦੀ ਹੈ ਜੀ। ਇਹ ਐਪਰਲ ਐਂਡ ਟੈਕਸਟਾਈਲ ਸਾਇੰਸ ਜਿਹੜਾ ਵਿਭਾਗ ਹੁੰਦਾ, ਉਸ ਡਿਪਾਰਟਮੈਂਟ ਦੇ ਵਿੱਚੋਂ ਵਾਈਸ ਚਾਂਸਲਰ ਬਣਨ ਵਾਲੇ ਦੇਸ਼ ਦੇ ਪਹਿਲੇ ਜਿਹੜੇ ਹਨ ਇੱਕ ਮਹਿਲਾ ਹਨ। ਅਤੇ ਮਹਿਲਾ ਤੋਂ ਇਲਾਵਾ ਜੇ ਖਾਸ ਕਰਕੇ ਓਵਰਆਲ ਆਪਾਂ ਗੱਲ ਕਰੀਏ, ਓਵਰਆਲ ਵੀ ਪਹਿਲੇ ਇਹੀ ਹਨ। ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਕਿ 50 ਤੋਂ ਉੱਪਰ ਵਾਈਸ ਚਾਂਸਲਰ ਪੈਦਾ ਕਰ ਚੁੱਕੀ ਹੈ, ਉੱਥੋਂ ਵੀ ਵਾਈਸ ਚਾਂਸਲਰ ਬਣਨ ਵਾਲੇ ਇਹ ਪਹਿਲੇ ਫੀਮੇਲ ਹਨ। ਅਤੇ ਇਸ ਤੋਂ ਅੱਗੇ ਦੀ ਆਪਾਂ ਗੱਲ ਕਰੀਏ ਤਾਂ ਇਹ ਜਿਹੜੇ ਇਸ ਸਮੇਂ ਸੂਬੇ ਦੇ ਵਿੱਚ ਬਤੌਰ VC ਕੰਮ ਕਰਨ ਵਾਲੀਆਂ ਮਹਿਲਾਵਾਂ ਦੇ ਵਿੱਚੋਂ ਇਹ ਦੂਸਰੀ ਮਹਿਲਾ ਹਨ। 40 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ, 70 ਤੋਂ ਉੱਪਰ ਰਿਸਰਚ ਪੇਪਰ ਨੇ, 8 ਕਿਤਾਬਾਂ ਇਹਨਾਂ ਦੇ ਨਾਮ ਨੇ। ਪੰਜਾਬ ਦਾ ਜਿਹੜਾ ਹੁੰਦਾ PCS ਭਾਵ ਕਿ ਪਬਲਿਕ ਸਰਵਿਸ ਕਮਿਸ਼ਨ, ਉਸ ਦੇ ਵੀ ਇਹ ਸਾਬਕਾ ਮੈਂਬਰ ਰਹਿ ਚੁੱਕੇ ਨੇ, ਡੀਨ ਵੀ ਰਹੇ ਨੇ, ਡਾਇਰੈਕਟਰ ਵੀ ਰਹੇ ਨੇ। ਸੋ ਲੰਬੀ ਇੱਕ ਲਿਸਟ ਬਣ ਜਾਂਦੀ ਹੈ। ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਇਹ ਇੰਟਰਵਿਊ ਸੁਣਨੀ ਚਾਹੀਦੀ ਹੈ। ਸੋ ਮਨੀਸ਼ਾ ਜੀ ਵਧਾਓ ਅੱਗੇ ਗੱਲਬਾਤ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਗਨੀਸ਼ਾ, ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਬਹੁਤ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਥੈਂਕ ਯੂ ਜੀ। ਸੋ ਮੈਮ ਕੀ ਹਾਲ ਚਾਲ? ਠੀਕ ਠਾਕ ਮਨੀਸ਼ਾ, ਤੁਸੀਂ ਦੱਸੋ? ਜੀ ਬਹੁਤ ਵਧੀਆ ਜੀ। ਸੋ ਮੈਮ ਗੱਲਾਂ ਬਾਤਾਂ ਜੇ ਆਪਾਂ ਸ਼ੁਰੂ ਕਰੀਏ ਤਾਂ ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੀ ਕਿ ਤੁਸੀਂ ਬਹੁਤ ਸਾਰੀਆਂ ਪੋਸਟਾਂ 'ਤੇ ਰਹੇ ਹੋ ਅਤੇ ਤੁਸੀਂ ਹਾਈਐਸਟ ਪੋਸਟ 'ਤੇ ਹੋ ਇਸ ਵਕਤ। ਸੋ ਕਿਵੇਂ ਰਿਹਾ ਹੈਗਾ ਤੁਹਾਡਾ ਇਹ ਐਕਸਪੀਰੀਅੰਸ, ਕਿ ਪੁਰਾਣਾ ਐਕਸਪੀਰੀਅੰਸ ਕੰਮ ਆ ਰਿਹਾ? ਪੁਰਾਣਾ ਐਕਸਪੀਰੀਅੰਸ ਕੀ, ਮੈਂ ਤਾਂ ਇਹ ਕਹੂੰਗੀ ਕਿ ਮੇਰੀ ਬਚਪਨ ਦੀ ਜਿਹੜੀ ਪਰਵਰਿਸ਼ ਸੀ ਜਾਂ ਮੇਰੇ ਘਰ ਜਿਹੜਾ ਮਾਹੌਲ ਮੈਨੂੰ ਮਿਲਿਆ ਜੀ, ਉਹ ਸਾਰਾ ਕੁਛ ਵੀ ਕੰਮ ਆ ਰਿਹਾ। ਤੇ ਡੈਫੀਨੇਟਲੀ ਜਿਹੜਾ ਆਪਣੇ ਕਰੀਅਰ ਦੇ ਸ਼ੁਰੂ ਦੇ ਦਿਨਾਂ ਦੇ ਵਿੱਚ ਮੈਂ ਕੰਮ ਕੀਤਾ ਬਹੁਤ ਹੀ ਜ਼ਿਆਦਾ ਸ਼ਿੱਦਤ ਦੇ ਨਾਲ, ਔਰ ਜਿਹੜੇ ਮੈਨੂੰ ਮੈਂਟੋਰਸ ਮਿਲੇ ਅੱਗੋਂ, ਜਿਨ੍ਹਾਂ ਨੇ ਕੰਮ ਕਰਵਾਇਆ ਹੀ ਨਹੀਂ, ਕੰਮ ਸਿਖਾਇਆ ਵੀ ਇਹ ਇਸ ਤਰ੍ਹਾਂ ਆਪਾਂ ਕਿਉਂ ਕਰਨਾ ਜੀ, ਉਹ ਸਾਰਿਆਂ ਦੇ ਨਾਲ ਜਿਹੜਾ ਸਮਾਂ ਬਤੀਤ ਕੀਤਾ, ਉਹਨਾਂ ਦੇ ਐਕਸਪੀਰੀਅੰਸ ਤੋਂ ਜੋ ਕੁਝ ਮੈਂ ਸਿੱਖਿਆ ਉਹ ਬਹੁਤ ਹੀ ਅਨਮੋਲ ਹੈ ਮੇਰੇ ਲਈ, ਔਰ ਮੇਰੇ ਕਰੀਅਰ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਕੰਮ ਆ ਰਿਹਾ ਜੀ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਤੁਹਾਡਾ ਕਰੀਅਰ ਹੋਰ ਵੀ ਬੁਲੰਦੀਆਂ 'ਤੇ ਜਾਂਦਾ ਰਹੇ। ਸੋ ਤੁਸੀਂ ਐਗਰੀਕਲਚਰ ਨਾਲ ਜੁੜੇ ਹੋਏ ਹੋ, ਖਾਸ ਕਰਕੇ ਫਾਰਮਿੰਗ ਦੇ ਲਈ, ਅਤੇ ਤੁਸੀਂ ਉਹਨਾਂ ਲੇਡੀਜ਼ ਲਈ ਕੀ ਮਤਲਬ ਕਹਿਣਾ ਚਾਹੋਗੇ, ਕੀ ਕਰਨਾ ਚਾਹੁੰਦੇ ਹੋ ਜਿਹੜੀਆਂ ਇਸ ਫਾਰਮਿੰਗ, ਇਸ ਖੇਤੀ ਦੇ ਸੂਬੇ ਵਿੱਚ ਨੇ? ਦੇਖੋ, ਮੈਂ ਤਾਂ ਪੂਰੇ ਭਾਰਤ ਦੇ ਵਿੱਚ ਮਹਿਲਾਵਾਂ ਦੇ ਜਿਹੜੇ ਖੇਤੀ ਦੇ ਵਿੱਚ ਮਹਿਲਾਵਾਂ ਕੰਮ ਕਰਦੀਆਂ ਉਹਨਾਂ ਦੇ ਨਾਲ ਜੁੜੀ ਹੋਈ ਸੀ ਜੀ, ਹੁਣ ਵੀ ਜੁੜੀ ਹੋਈ ਹਾਂ ਉਸ ਇੰਸਟੀਚਿਊਟ ਦੇ ਰਾਹੀਂ ਜੀ, ਹੁਣ ਵੀ ਜੁੜੀ ਹੋਈ ਹਾਂ। ਪਰ ਜਿੱਥੇ ਤੱਕ ਪੰਜਾਬ ਦੀ ਗੱਲ ਆਪਾਂ ਕਰਦੇ ਹਾਂ, ਪੰਜਾਬ ਦੇ ਵਿੱਚ ਮਹਿਲਾਵਾਂ ਖੇਤੀਬਾੜੀ ਦੇ ਵਿੱਚ ਉਨੀ ਜ਼ਿਆਦਾ ਭੂਮਿਕਾ ਨਹੀਂ ਹੈ ਉਹਨਾਂ ਦੀ ਜਿੰਨੀ ਕਿ ਕਈ ਹੋਰਾਂ ਸਟੇਟਸ ਦੇ ਵਿੱਚ ਹੈ ਜੀ। ਜੋ ਦੇਖਣ ਦੇ ਵਿੱਚ ਆਇਆ ਹੈ ਕਿ ਜਿੱਥੇ ਜਿੱਥੇ ਡਿਵੈਲਪਮੈਂਟ ਜ਼ਿਆਦਾ ਹੁੰਦੀ ਗਈ ਹੈ, ਉੱਥੇ ਉੱਥੇ ਮਹਿਲਾਵਾਂ ਦਾ ਰੋਲ ਖੇਤੀ ਦੇ ਵਿੱਚ ਘੱਟਦਾ ਗਿਆ। ਤੇ ਕਿਉਂਕਿ ਆਪਾਂ ਪੰਜਾਬ ਨੂੰ ਇੱਕ ਬਹੁਤ ਵਧੀਆ ਡਿਵੈਲਪ ਸਟੇਟ ਮੰਨਦੇ ਹਾਂ, ਔਰ ਹੈਗੀ ਵੀ ਹੈ, ਇਸ ਕਰਕੇ ਮਹਿਲਾਵਾਂ ਦਾ ਰੋਲ ਥੋੜਾ ਘੱਟ ਹੈ। ਪਰ ਇੱਕ ਚੀਜ਼ ਹੈ, ਜੇ ਅਸੀਂ ਡੇਅਰੀ ਦੀ ਗੱਲ ਕਰਾਂਗੇ, ਮਹਿਲਾਵਾਂ 70% ਤੋਂ ਉੱਪਰ ਪੰਜਾਬ ਦੇ ਵਿੱਚ ਡੇਅਰੀ ਦੇ ਕੰਮਕਾਰ ਮਹਿਲਾਵਾਂ ਸੰਭਾਲਦੀਆਂ ਨੇ, ਜਿਹੜੇ ਘਰ ਹੋਮ ਬੇਸਡ ਡੇਅਰੀ ਹੈ, ਵੱਡੀਆਂ ਡੇਅਰੀਜ਼ ਦੀ ਗੱਲ ਨਹੀਂ ਕਰਦੀ ਮੈਂ ਜੀ। ਇਸ ਦੇ ਨਾਲ ਨਾਲ ਜਿਹੜੇ ਮਤਲਬ ਪੱਠੇ ਲਿਆਉਣੇ ਦਾ ਵੀ ਕੰਮ ਇੱਕ ਟਾਈਮ ਤੇ ਮਹਿਲਾਵਾਂ ਕਰਦੀਆਂ ਸੀ। ਘਰ ਦੇ ਵਿੱਚ ਸੰਨੀ ਕਰਨੀ, ਇੱਕ ਜਿਹੜਾ ਬਾੜੀ ਨਾਲ ਹੁੰਦੀ ਸੀ, ਬਗੀਚੀ ਜਿਹਨੂੰ ਕਿਚਨ ਗਾਰਡਨ ਕਹਿੰਦੇ ਹਾਂ ਆਪਾਂ, ਉਹ ਸਾਰਿਆਂ ਦੇ ਵਿੱਚ ਮਹਿਲਾਵਾਂ ਕੰਮ ਕਰਦੀਆਂ ਸੀ। ਹੁਣ ਵੀ ਬਹੁਤ ਥੋੜੇ ਕੰਮ ਗੋਡੀ ਵਗੈਰਾ ਦੇ ਵਿੱਚ ਜਿਵੇਂ ਹੈ, ਜਿੱਥੇ ਜੋਤ ਛੋਟੀ ਹੈ ਉੱਥੇ ਉਹ ਕੰਮ ਕਰਦੀਆਂ ਨੇ, ਕਈ ਜਿੱਥੇ ਸਬਜ਼ੀਆਂ ਜ਼ਿਆਦਾ ਲੱਗਦੀਆਂ ਨੇ ਉੱਥੇ ਕੰਮ ਕਰਦੀਆਂ ਨੇ, ਫੁੱਲਾਂ ਤੇ ਫੁੱਲਾਂ ਦੇ ਬੀਜਾਂ ਦੀ ਖੇਤੀ ਜਿੱਥੇ ਹੁੰਦੀ ਹੈ ਉੱਥੇ ਮਹਿਲਾਵਾਂ ਪੰਜਾਬ 'ਚ ਕੰਮ ਕਰਦੀਆਂ ਨੇ ਜੀ। ਸੋ ਤੁਸੀਂ ਪੰਜਾਬ ਦੀ ਗੱਲ ਇੱਥੇ ਕੀਤੀ ਹੈ, ਤੇ ਪੰਜਾਬ 'ਚ ਬੇਸਿਕਲੀ ਜਿੱਥੇ ਆਪਾਂ ਪਹਿਲਾਂ ਦਾ ਮਾਹੌਲ ਦੇਖਦੇ ਹਾਂ ਕਿ ਲੇਡੀਜ਼ ਇੰਨਾ ਕੰਮਕਾਰ ਨਹੀਂ ਕਰਦੀਆਂ ਸੀ, ਤੇ ਅੱਜ ਕੱਲ੍ਹ ਤਾਂ ਲੇਡੀਜ਼ ਮਤਲਬ ਬਹੁਤ ਅੱਗੇ ਹੈ, ਤੇ ਤੁਹਾਨੂੰ ਇਹ ਸਭ ਕਿੱਦਾਂ ਦਾ ਲੱਗਦਾ? ਅੱਛਾ ਲੱਗਦਾ, ਕਿਉਂਕਿ
ਜਦੋਂ ਤੁਸੀਂ ਕੰਮਕਾਰ ਕਰਦੇ ਹੋ, ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਜੀ, ਤੁਹਾਡਾ ਐਕਸਪੋਜ਼ਰ ਹੁੰਦਾ ਔਰ ਬਹੁਤ ਹੀ ਭਿੰਨਤਾ ਵਾਲਾ ਐਕਸਪੋਜ਼ਰ ਹੁੰਦਾ। ਤੁਸੀਂ ਕਿਸੇ ਪੜ੍ਹੇ ਲਿਖੇ ਬੰਦੇ ਨੂੰ ਮਿਲਦੇ ਹੋ, ਕਿਸੇ ਅਨਪੜ੍ਹ ਬੰਦੇ ਨੂੰ ਮਿਲਦੇ ਹੋ। ਹੁਣ ਕਈ ਲੋਕ ਜਿਹੜੇ ਮੈਨੂੰ ਦਫ਼ਤਰ 'ਚ ਦੇਖਦੇ ਹੋਣਗੇ ਉਹ ਸੋਚਦੇ ਹੋਣਗੇ ਕਿ ਇਹਨੂੰ ਤਾਂ ਮਤਲਬ ਕਣਕ ਤੇ ਝੋਨੇ ਦੇ ਵਿੱਚ ਫਰਕ ਹੀ ਨਹੀਂ ਪਤਾ ਹੋਣਾ, ਠੀਕ ਹੈ ਨਾ। ਲੇਕਿਨ ਜਦੋਂ ਮੈਂ ਇੱਕ ਫਾਰਮਰ ਨਾਲ ਕੰਮ ਕਰਦੀ ਹਾਂ, ਗੱਲ ਕਰਦੀ ਹਾਂ, ਜਾਂ ਕਿਸੇ ਖੇਤੀਬਾੜੀ ਪੇਂਡੂ ਮਹਿਲਾ ਦੇ ਨਾਲ ਗੱਲ ਕਰਦੀ ਹਾਂ, ਤਾਂ ਫਿਰ ਅੱਧੇ ਲੋਕ ਇਹ ਸੋਚ ਲੈਂਦੇ ਕਿ ਸ਼ਾਇਦ ਮੈਂ 10ਵੀਂ 12ਵੀਂ ਪਾਸ ਹਾਂ। ਤਾਂ ਮਤਲਬ ਉਹ ਜਿਹੜਾ ਐਕਸਪੋਜ਼ਰ ਤੁਹਾਨੂੰ ਮਿਲਦਾ ਔਰ ਲੋਕਾਂ ਦੇ ਨਾਲ ਇੱਕ ਕਮਿਊਨੀਕੇਟ ਕਿਸ ਤਰ੍ਹਾਂ ਅਲੱਗ-ਅਲੱਗ ਲੋਕਾਂ ਦੇ ਨਾਲ ਕਰਨਾ, ਅਲੱਗ-ਅਲੱਗ ਸਿਚੁਏਸ਼ਨਸ ਨੇ ਜਿਹੜੀਆਂ ਉਹਨਾਂ ਦੇ ਨਾਲ ਕਿਵੇਂ ਅਸੀਂ ਨਜਿੱਠਣਾ ਹੈਗਾ ਉਹਨਾਂ ਨੂੰ, ਉਹਦੇ ਨਾਲ ਇੱਕ ਪਹਿਲੀ ਤਾਂ ਗੱਲ ਉਹ ਤਰੀਕਾ ਸਾਨੂੰ ਆਉਂਦਾ। ਦੂਸਰੀ ਚੀਜ਼, ਜਦੋਂ ਅਸੀਂ ਉਹਦੇ ਵਿੱਚ ਸਫਲ ਹੁੰਦੇ ਹਾਂ ਤਾਂ ਸਾਡਾ ਸੈਲਫ ਕੌਨਫੀਡੈਂਸ ਵੱਧਦਾ, ਫਿਰ ਅੱਗੇ ਕੁਝ ਹੋਰ ਕਰਨ ਦੀ ਚਾਹ ਪੈਦਾ ਹੁੰਦੀ ਹੈ। ਤੇ ਜੇ ਉਹ ਕਮਾਈ ਦਾ ਸਾਧਨ ਹੋਵੇ ਹੱਥ ਦੇ ਵਿੱਚ, ਜਦੋਂ ਪੈਸਾ ਵੀ ਆ ਜਾਂਦਾ, ਜਿਹਨੂੰ ਅਸੀਂ ਫਾਈਨੈਂਸ਼ੀਅਲੀ ਐਮਪਾਵਰਡ ਕਹਿ ਦਿੰਦੇ ਹਾਂ ਕਿ ਵਿਮਨ ਜਦੋਂ ਹੋ ਜਾਂਦੀ ਹੈ, ਉਹ ਤਾਂ ਫਿਰ ਬਹੁਤ ਹੀ ਅਗਲੀ ਗੱਲ ਹੋ ਜਾਂਦੀ ਹੈ ਕਿ ਘਰਾਂ ਦੇ ਵਿੱਚ ਫੈਸਲੇ ਲੈਣ ਤੱਕ ਪਹੁੰਚਣਾ, ਹੈ ਨਾ ਜੀ। ਉਹ ਇੱਕ ਅਲੱਗ ਹੀ ਦਿਸ਼ਾ ਹੈਗੀ ਹੈ ਐਮਪਾਵਰਮੈਂਟ ਦੀ, ਔਰ ਬਹੁਤ ਅੱਛਾ ਲੱਗਦਾ ਕਿ ਮਹਿਲਾਵਾਂ ਜ਼ਿਆਦਾ ਤੋਂ ਜ਼ਿਆਦਾ ਇੱਧਰ ਆ ਰਹੀਆਂ ਨੇ ਜੀ। ਸੋ ਤੁਸੀਂ ਵੂਮਨ ਐਮਪਾਵਰਮੈਂਟ ਦੀ ਗੱਲ ਤਾਂ ਇੱਥੇ ਕੀਤੀ ਹੈ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਬਠਿੰਡਾ ਸ਼ਹਿਰ ਵੀ ਹੁਣ ਓਨਾ ਬੈਕਵਰਡ ਨਹੀਂ ਰਿਹਾ ਜਿੰਨਾ ਪਹਿਲਾਂ ਵਾਲੇ ਟਾਈਮ 'ਚ ਕਿਹਾ ਜਾਂਦਾ ਸੀਗਾ। ਅਤੇ ਜੇ ਬਠਿੰਡਾ ਸ਼ਹਿਰ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਨਾਲ ਬਹੁਤ ਸਾਰੇ ਪਿੰਡ ਵੀ ਲੱਗਦੇ ਹੈ ਅਤੇ ਉਹਨਾਂ ਵਿੱਚ ਵੀ ਰੂਰਲ ਵੂਮਨ ਵੀ ਹੈਗੀਆਂ। ਸੋ ਉਹਨਾਂ ਲਈ ਤੁਸੀਂ ਕੀ ਕਰਨਾ ਚਾਹੋਗੇ? ਦੇਖੋ, ਮੈਂ ਇੱਧਰਲੇ ਪਾਸੇ ਐਕਚੁਅਲੀ ਮੇਰੀ ਜਿਹੜੀ ਕਰੀਅਰ ਦੀ ਸ਼ੁਰੂਆਤ ਹੋਈ ਸੀ ਜੀ, ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਮੇਰੀ ਸਿਲੈਕਸ਼ਨ ਹੋਈ ਸੀ, ਪਰ ਮੈਂ 2 ਟ੍ਰਿਮੈਸਟਰ ਸਿਸਟਮ ਹੁੰਦਾ ਸੀ 3-3 ਮਹੀਨੇ ਦਾ ਜੀ। ਕੌਣੀ ਇੱਕ ਕਾਲਜ ਹੁੰਦਾ ਸੀ ਜੀ PAU ਦਾ, ਮੈਂ ਉੱਥੇ ਕੰਮ ਕੀਤਾ। ਤੇ ਕਿਉਂਕਿ ਮੈਂ ਤਾਂ ਲੁਧਿਆਣੇ ਦੀ ਜੰਮਪਲ ਹੈਗੀ ਹਾਂ, ਫਾਦਰ ਮੇਰੇ ਆਰਮੀ ਸੀ, ਕਾਫੀ ਥਾਵਾਂ ਤੇ ਰਹਿਣ ਦਾ ਦੇਖਣ ਦਾ ਮੌਕਾ ਮਿਲਿਆ। ਤਾਂ ਇਹ ਜਿਹੜਾ ਸੀ ਏਰੀਆ ਮੇਰੇ ਲਈ ਬਿਲਕੁਲ ਨਵਾਂ ਸੀ, ਇੱਥੋਂ ਦਾ ਰਹਿਣ ਸਹਿਣ ਨਵਾਂ ਸੀ ਜੀ। ਪਰ ਇਹ ਵੀ ਹੈ ਕਿ ਮੈਨੂੰ ਉਸ ਚੀਜ਼ ਨੇ ਇਹ ਵੀ ਸਿਖਾਇਆ ਵੀ ਜੇ ਪਿੰਡ ਦੇ ਵਿੱਚ ਜਾਣਾ ਨਾ, ਤਾਂ ਜੇ ਬੀਬੀ ਕਿਚਨ 'ਚ ਕੰਮ ਕਰ ਰਹੀ ਹੈ, ਰਸੋਈ 'ਚ, ਤਾਂ ਪੀੜੀ ਖਿੱਚ ਕੇ ਉੱਥੇ ਹੀ ਨਾਲ ਬਹਿ ਜਾਣਾ। ਇਹ ਨਹੀਂ ਕਿ ਭੈਣ ਜੀ ਲਈ ਕੁਰਸੀ ਲਿਆਓ ਇਹ ਉਹ ਚੀਜ਼ ਮੈਂ ਇੱਥੋਂ ਸਿੱਖੀ। ਔਰ ਹੁਣ ਵੀ ਮੈਂ ਹਾਲੇ ਇੱਕ ਤਰ੍ਹਾਂ ਤੁਸੀਂ ਇਹ ਕਹੋ ਕਿ ਤਲਵੰਡੀ ਸਾਬੋ ਦੇ ਆਲੇ ਦੁਆਲੇ ਦੇ ਜਿਹੜੇ ਪਿੰਡ ਹੈ ਉਹਨਾਂ ਦੀਆਂ ਲੇਡੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਹੁਣ ਵੀ। ਔਰ ਮੈਂ ਉਹਨਾਂ ਦੇ ਲਈ ਕਿੱਤਾ ਜਿਹੜਾ ਰੁਜ਼ਗਾਰ ਪੈਦਾ ਕਰਨ ਦੇ ਜਿਹੜੇ ਕੰਮਕਾਜ ਹੈਗੇ ਹੈ, ਖਾਸ ਕਰਕੇ ਖੇਤੀ ਨਾਲ ਜੁੜੇ ਹੋਏ, ਮੈਂ ਉਹ ਜ਼ਰੂਰ ਟੇਕ ਅਪ ਕਰਨਾ ਚਾਹੂੰਗੀ, ਲਾਈਵਲੀਹੁੱਡ ਜਿਹਦੇ ਨਾਲ ਉਹਨਾਂ ਦੀ ਇਨਕਰੀਜ਼ ਹੋਵੇ ਜੀ। ਔਰ ਉਹਨਾਂ ਦੇ ਵਿੱਚੋਂ ਕੁਝ ਉਪਰਾਲੇ ਅਸੀਂ ਇੱਥੇ GKU ਦੇ ਵਿੱਚ ਕੀਤੇ ਵੀ ਹੈ। ਮਤਲਬ ਇੱਕ ਚੀਜ਼ ਜੋ ਮੈਨੂੰ ਬਹੁਤ ਅੱਛੀ ਲੱਗੀ ਸੀ, ਬਿਲਕੁਲ ਡੇਅਰੀ ਨਾਲ ਮਿਲਦੀ ਜੁਲਦੀ ਹੈਗੀ ਹੈ ਜੀ, ਸੈਰੀਕਲਚਰ, ਸਿਲਕ ਦੇ ਕੀੜਿਆਂ ਨੂੰ ਪਾਲਣਾ ਜੀ। ਉਹਦੇ ਵਿੱਚ ਕੀ ਹੈ ਕਿ ਅਸੀਂ ਇੱਥੇ ਉਹਨਾਂ ਨੂੰ ਕੀੜੇ ਅਸੀਂ ਪਠਾਨਕੋਟ ਦੇ ਨੇੜੇ ਇੱਕ ਥਾਂ ਤੋਂ ਲੈ ਕੇ ਆਉਂਦੇ ਹਾਂ ਹਰ ਸਾਲ ਜੀ, ਤੇ ਉਹਨਾਂ ਨੂੰ ਉਹ ਦਿਖਾਏ, ਉਹਨਾਂ ਨੂੰ ਕਿਵੇਂ ਪਾਲਣਾ, ਉਹਦੀ ਟ੍ਰੇਨਿੰਗ ਦਿੱਤੀ ਲੇਡੀਜ਼ ਨੂੰ 1 ਹਫ਼ਤੇ ਦੀ। ਤੇ ਮੇਰੀ ਕੋਸ਼ਿਸ਼ ਹੁਣ ਇਹ ਹੈ ਕਿ 2-3 ਪਿੰਡਾਂ ਦੇ ਵਿੱਚ ਇੱਕ 5-5 6-6 ਵਿਮਨ ਦਾ ਇੱਕ ਕਲਸਟਰ ਜਿਹਾ ਬਣਾ ਕੇ ਉਹ ਚੰਗੀ ਤਰ੍ਹਾਂ ਉਹਦੀ ਪਾਲਣਾ ਇੱਕ ਕਿੱਤੇ ਦੇ ਤੌਰ ਤੇ ਅਪਣਾ ਕੇ ਕਰਨ, ਕਿਉਂਕਿ ਇਹਦੇ ਵਿੱਚ ਕੋਈ ਬਹੁਤਾ ਨਹੀਂ ਲੱਗਦਾ। ਸਿਰਫ ਇਹਨਾਂ ਨੂੰ ਤੂਤ ਦੇ ਪੱਤੇ ਚਾਹੀਦੇ ਆ, ਸਵੇਰੇ ਸ਼ਾਮ ਤੁਸੀਂ ਪੱਤੇ ਪਾ ਦੇਣੇ, ਜਿਵੇਂ ਆਪਾਂ ਮੱਝਾਂ ਨੂੰ ਗਾਵਾਂ ਨੂੰ ਚਾਰਾ ਪਾਉਂਦੇ ਆ, ਹੈ ਨਾ ਜੀ। ਤੇ ਉਹਨਾਂ ਦੇ ਤਾਂ ਫੇਰ ਸਵੇਰੇ ਸ਼ਾਮ ਧਾਰ ਕੱਢਣੀ ਪੈਂਦੀ ਹੈ, ਇੱਥੇ ਤਾਂ ਬਸ ਉਹਨਾਂ ਨੇ ਪੱਤੇ ਖਾਈ ਜਾਣੇ ਤੇ ਵੱਡੇ ਹੋ ਜਾਣਾ। ਇੱਕ ਸਟੇਜ ਤੇ ਆ ਕੇ ਮੁੜ ਕੇ ਜਾ ਕੇ ਵਾਪਸ ਹੀ ਪਠਾਨਕੋਟ ਕੋਲ ਹੈ ਉਹਨਾਂ ਦਾ ਕਲੈਕਸ਼ਨ ਸੈਂਟਰ ਹੈਗਾ ਸਰਕਾਰ ਦਾ, ਉੱਥੇ ਜਾ ਕੇ ਵੇਚ ਆਉਣੇ ਜੀ। ਉਹ ਮੈਨੂੰ ਬਹੁਤ ਅੱਛਾ ਲੱਗਦਾ, ਕਿਉਂਕਿ ਸਾਡੀ ਜਿਹੜੀ ਇੱਥੇ ਕੰਮਕਾਜੀ ਮਹਿਲਾਵਾਂ ਹੈਗੀਆਂ ਨੇ, ਜਿਹੜੀਆਂ ਸਫਾਈ ਕਰਮਚਾਰੀ ਹੈ ਜਾਂ ਜਿਹੜੇ ਇੱਥੇ ਲੈਬਸ ਦੇ ਵਿੱਚ ਕੰਮ ਕਰਦੀਆਂ ਨੇ, ਪੀਓਨਸ ਹੈਗੀਆਂ, ਅਸੀਂ ਉਹਨਾਂ ਤੋਂ ਟ੍ਰੇਨਿੰਗ ਸ਼ੁਰੂ ਕੀਤੀ ਸੀ। ਔਰ ਜੇ ਉਹ ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ ਪੱਤੇ ਪਾਏ ਹੋਣ ਤੇ ਸ਼ਾਮੀ ਜਾ ਕੇ ਪਾ ਦੇਣ,
ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਜੀ। ਮਤਲਬ ਇਹ ਇੱਕ ਬਹੁਤ ਛੋਟਾ ਜਿਹਾ, ਇਸੇ ਤਰ੍ਹਾਂ ਜਿਹੜਾ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਹੈ ਜੀ, ਜਾਂ ਮਸ਼ਰੂਮ ਕਲਟੀਵੇਸ਼ਨ ਵੀ ਅੱਛਾ ਕਿੱਤਾ ਹੋ ਸਕਦਾ, ਲੇਕਿਨ ਉਹਦੇ ਵਿੱਚ ਫਿਰ ਥੋੜੀ ਜੀ ਤੁਸੀਂ ਕਹਿ ਲਓ ਕਿ ਜਿਹੜੀ ਮੋਨੀਟਰਿੰਗ ਸੁਪਰਵਿਜ਼ਨ ਉਹ ਜ਼ਿਆਦਾ ਚਾਹੀਦੀ ਹੈ। ਪਰ ਬਹੁਤ ਛੋਟੇ ਛੋਟੇ ਕਈ ਕਿੱਤੇ ਹੈਗੇ ਆ ਇਹ ਜਿਹੇ ਜਿਹੜੇ ਅਸੀਂ ਇੱਥੇ ਸ਼ੁਰੂ ਕਰ ਸਕਦੇ ਜੀ। ਸੋ ਗੱਲਬਾਤ ਜਿਹੜੀ ਹੈ ਵੂਮਨਸ ਨੂੰ ਲੈ ਕੇ ਚੱਲ ਹੀ ਰਹੀ ਹੈਗੀ ਹੈ। ਉਹ ਕਹਿੰਦੇ ਆ ਕਿ ਵੂਮਨ ਜਦੋਂ ਇਹ ਵੂਮਨ ਐਟ ਵਰਕ ਹੋ ਜਾਂਦੀ ਹੈ ਤਾਂ ਉਹਨੂੰ ਕਾਫੀ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ। ਸੋ ਉਹ ਜਿਹੜੀਆਂ ਪ੍ਰੋਬਲਮਸ ਹੈ ਉਸ ਦੇ ਬਾਰੇ ਵੀ ਥੋੜਾ ਦੱਸੋ। ਦੇਖੋ ਸੱਚਾਈ ਇਹ ਹੈ ਕਿ ਮੈਂ ਜ਼ਿੰਦਗੀ 'ਚ ਪ੍ਰੋਬਲਮ ਨੂੰ ਕਦੇ ਪ੍ਰੋਬਲਮ ਨਹੀਂ ਮੰਨਿਆ ਜੀ। ਜੇ ਆਪਾਂ ਉਹਨੂੰ ਇੱਕ ਚੈਲੰਜ ਜਾਂ ਓਪਰਚੁਨਿਟੀ ਲੈ ਕੇ ਚੱਲੀਏ ਤਾਂ ਉਹ ਅਸੀਂ ਉਹਨੂੰ ਵੀ ਇੱਕ ਬਹੁਤ ਅੱਛੀ ਤਰ੍ਹਾਂ ਅੱਗੇ ਵਧਣ ਦੇ ਮੌਕੇ ਦੇ ਵਿੱਚ ਤਬਦੀਲ ਕਰ ਸਕਦੇ ਹਾਂ। ਪ੍ਰੋਬਲਮ ਕੁਝ ਚੈਲੰਜਸ ਹੈ। ਦੇਖੋ ਜਦੋਂ ਔਰਤ ਨੇ ਘਰੋਂ ਬਾਹਰ ਨਿਕਲ ਕੇ ਕੰਮ ਕਰਨਾ 9 ਤੋਂ 5 ਡਿਊਟੀ ਦੇ ਕੇ ਘਰ ਆ ਕੇ ਉਹਨੇ ਚਾਹ ਦਾ ਕੱਪ ਕਿਸੇ ਤੋਂ ਮੰਗਣਾ ਨਹੀਂ, ਹੈ ਨਾ, ਆਪ ਬਣਾਉਣਾ। ਸਵੇਰੇ ਉੱਠ ਕੇ ਉਹਨੇ ਚਾਹ ਪੀਂਦੇ ਹੋਏ ਅਖਬਾਰ ਪੜ੍ਹਨ ਨਹੀਂ ਲੱਗ ਜਾਣਾ, ਉਹਨੂੰ ਕੰਮ ਕਰਨਾ ਪੈਂਦਾ। ਬਿਲਕੁਲ। ਉਹ ਜਿਹੜਾ ਇੱਕ ਵਿਮਨ ਦਾ ਘਰ ਦੇ ਵਿੱਚ ਨਰਚਰਿੰਗ ਰੋਲ ਹੈਗਾ ਉਹ ਜ਼ਿਆਦਾਤਰ ਚੇਂਜ ਨਹੀਂ ਹੁੰਦਾ। ਲੇਕਿਨ ਜਿੱਥੇ ਜਿੱਥੇ ਹੁਣ ਦੋਨੋਂ ਹਸਬੈਂਡ ਵਾਈਫ ਕੰਮ ਕਰ ਰਹੇ ਹੈ, ਇੱਕ ਬਹੁਤ ਅੱਛੀ ਤਬਦੀਲੀ ਵੀ ਆ ਰਹੀ ਹੈ ਨਾਲ ਦੇ ਨਾਲ ਕਿ ਆਦਮੀ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਘਰ ਨੂੰ ਚਲਾਉਣ ਦੇ ਵਿੱਚ ਵੀ। ਹਾਂਜੀ, ਡੇਲੀ ਜਿਹੜਾ ਕੰਮ ਕਾਜ ਕਰਦਾ ਹੈਗਾ ਉਹਦੇ ਵਿੱਚ ਯੋਗਦਾਨ ਪਾ ਰਹੇ ਆ ਔਰ ਉਹ ਬਹੁਤ ਅੱਛੀ ਗੱਲ ਹੈ। ਉਸ ਤੋਂ ਬਾਅਦ ਜਦੋਂ ਘਰੋਂ ਨਿਕਲਦੇ ਆ, ਦੇਖੋ ਇੱਕ ਹੁੰਦੀ ਹੈ ਜਿੱਥੇ ਵੀ ਕੰਮਕਾਰ ਹੈ ਉੱਥੇ ਦੇ ਮਾਈਕਰੋ ਐਨਵਾਇਰਨਮੈਂਟ ਦੇ ਵਿੱਚ ਕੁਝ ਚੈਲੰਜਸ ਹੁੰਦੇ ਆ ਜਿਹਦੇ ਵਿੱਚ ਇਹ ਕਿ ਗੁੱਟਬਾਜ਼ੀ ਹੋ ਗਈ, ਇਹ ਹੋ ਗਿਆ, ਉਹ ਇਹਨੇ ਆਹ ਕਹਿਤਾ, ਉਹਨੇ ਇਹ ਕਹਿਤਾ ਜੀ, ਤੇ ਉਹ ਹਰ ਥਾਂ ਹੋਣਗੇ। ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਨਾ। ਮੈਂ ਤਾਂ ਸੱਚਾਈ ਇਹ ਹੈ ਕਿ ਮੈਂ ਗੁੱਟਬਾਜ਼ੀ 'ਚ ਕਦੇ ਬਿਲੀਵ ਨਹੀਂ ਕੀਤਾ ਜੀ, ਕਿਉਂਕਿ ਜੇ ਤੁਸੀਂ ਇੱਧਰ ਉਹਨੇ ਕੀ ਕਿਹਾ ਸੀ, ਉਹਨੇ ਇਸ ਤਰ੍ਹਾਂ ਕੀਤਾ ਸੀ, ਇਹ ਉਹ 'ਚ ਲੱਗ ਜਾਓਗੇ ਫਿਰ ਕਿ ਮੈਂ ਤਾਂ ਇਸ ਤਰ੍ਹਾਂ ਨਹੀਂ ਕਿਹਾ ਸੀ, ਤੁਹਾਡਾ ਟਾਈਮ ਜਿਹੜਾ ਉਹ 'ਚ ਵੇਸਟ ਹੋਊਗਾ। ਤਾਂ ਉਸ ਕੰਮ ਮਤਲਬ ਉਹਨੂੰ ਪ੍ਰੋਡਕਟਿਵ ਵੇ ਦੇ ਵਿੱਚ ਆਪਾਂ ਵਰਤੀਏ ਜੀ। ਔਰ ਉਸ ਤੋਂ ਇਲਾਵਾ ਕੀ ਹੈ ਕਿ ਕਈ ਵਾਰ ਇੱਕ ਪਾਸੇ ਜਦੋਂ ਗੁੱਟ ਬਣਿਆ ਹੁੰਦਾ, ਤੁਸੀਂ ਕਿਸੇ ਗੁੱਟ 'ਚ ਨਹੀਂ ਹੁੰਦੇ ਤਾਂ ਆਟੋਮੈਟਿਕਲੀ ਤੁਹਾਡਾ ਦੂਜਾ ਗੁੱਟ ਬਣ ਜਾਂਦਾ। ਇਹ ਵੀ ਚੀਜ਼ ਮੈਂ ਦੇਖੀ ਹੈ। ਬਿਲਕੁਲ। ਉਹਦੇ ਲਈ ਇਹ ਹੈ ਕਿ ਜੇ ਤੁਸੀਂ ਤੁਹਾਡੇ ਕੋਲ ਕੋਈ ਕੰਮ ਹੈ, ਕੰਮ ਕਰ ਆਪਣੀ ਧੁਨ 'ਚ ਮਸਤ ਰਹੋ। ਬਿਲਕੁਲ। ਔਰ ਉਹਦੇ ਨਾਲ ਘੱਟੋ ਘੱਟ ਦਿਮਾਗ ਤੇ ਇਹ ਨਹੀਂ ਹੈ ਕਿ ਇਸ ਤਰ੍ਹਾਂ ਕਰ ਦੂ, ਇਸ ਤਰ੍ਹਾਂ ਕਿਹਾ ਸੀ, ਉਸ ਤਰ੍ਹਾਂ ਕਿਹਾ ਸੀ। ਉਹ ਚੀਜ਼ ਬਿਲਕੁਲ ਉਸ ਚੀਜ਼ ਦਾ ਭਾਰ ਨਹੀਂ ਹੁੰਦਾ। ਤੀਸਰਾ ਜਿਹੜਾ ਲੇਡੀਜ਼ ਦੇ ਲਈ ਡੈਫੀਨੇਟਲੀ ਇੱਕ ਚੈਲੰਜ ਹੋ ਜਾਂਦਾ, ਜਿਹਨੂੰ ਕਹਿੰਦੇ ਮਤਲਬ ਇੱਕ ਸਾਡੀ ਸਰਕਾਰ ਦੀ ਵੀ ਨੀਤੀ ਹੈਗੀ ਹੈ ਸੈਕਸ਼ੂਅਲ ਹਰੈਸਮੈਂਟ ਐਟ ਵਰਕ ਪਲੇਸ ਜੀ। ਔਰ ਜਿਹੜੀਆਂ ਵੀ ਕੰਮਕਾਰੀ ਮਹਿਲਾਵਾਂ ਹੈ ਘਰੋਂ ਬਾਹਰ ਨਿਕਲਦੀਆਂ, ਮੇਰੀ ਉਹਨਾਂ ਸਾਰਿਆਂ ਨੂੰ ਇਹ ਇੱਕ ਇਲਤਜਾ ਹੈਗੀ ਹੈ ਕਿ ਉਸ ਦੇ ਬਾਰੇ ਥੋੜਾ ਜਿਹਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕੰਮ ਕਾਜ ਵਾਲੀ ਥਾਂ ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਸਾਡੇ ਹੱਕ ਕੀ ਹੈ ਜੀ। ਬਿਲਕੁਲ। ਕਿਉਂਕਿ ਉਸ ਚੱਕਰ ਦੇ ਵਿੱਚ ਕਈ ਮੈਂ ਦੇਖੀਆਂ ਸਿਚੁਏਸ਼ਨ ਐਕਸਪਲੋਇਟ ਕਈ ਵਾਰ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਉਹ ਜਿਹੜੀ ਹੈ ਇੱਕ ਡਾਕੂਮੈਂਟ ਹੈ ਸਰਕਾਰ ਦਾ, ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਉਹ ਉਹਨਾਂ ਸਾਰੀਆਂ ਮਹਿਲਾਵਾਂ ਨੂੰ ਮੇਰੇ ਖਿਆਲ 'ਚ ਪੜ੍ਹਨਾ ਜ਼ਰੂਰੀ ਉਹਨਾਂ ਦੇ ਲਈ ਬਹੁਤ ਅੱਛਾ ਰਹੂਗਾ। ਵੈਸੇ ਵੀ ਸਰਕਾਰ ਦੀਆਂ ਇੰਸਟਰਕਸ਼ਨਸ ਹੈ, UGC ਦੀਆਂ ਵੀ ਇੰਸਟਰਕਸ਼ਨਸ ਹੈਗੀਆਂ ਕਿ ਜਿਹੜੀਆਂ ਯੂਨੀਵਰਸਿਟੀਜ਼ ਹੈ ਉਹ ਇਸ ਤਰ੍ਹਾਂ ਦੇ ਵਿਮਨ ਐਟ ਵਰਕ ਪਲੇਸ ਦੇ ਬਾਰੇ ਸੈਂਸਿਟਾਈਜ਼ੇਸ਼ਨ ਦੇ, ਉਹਨਾਂ ਦੀ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਕੁਝ ਉਪਰਾਲੇ ਕਰਨ, ਵਰਕਸ਼ਾਪਸ ਲਗਾਉਣ ਕਾਲਜਿਸ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਦੇ ਵਿੱਚ ਵੀ ਈਵਨ ਜੀ। ਹਾਂਜੀ ਜੀ। ਸੋ ਚੈਲੰਜਸ ਦੀ ਗੱਲਬਾਤ ਇੱਥੇ ਕਾਫੀ ਹੋਈ ਤੇ ਤੁਸੀਂ ਇੱਕ ਪ੍ਰੋਫੈਸਰ ਦਾ ਕੰਮ ਵੀ ਕੀਤਾ ਹੈਗਾ। ਪ੍ਰੋਫੈਸਰ ਦਾ ਕੰਮ ਹੁੰਦਾ ਪੜ੍ਹਾਉਣਾ ਤੇ ਇੱਕ ਵਾਈਸ ਚਾਂਸਲਰ ਦਾ ਕੰਮ ਹੁੰਦਾ ਓਵਰਆਲ ਮੈਨੇਜ ਕਰਨਾ। ਸੋ ਇਹ ਵੀ ਕਿਸੇ ਚੈਲੰਜ ਤੋਂ ਘੱਟ ਨਹੀਂ ਹੈ। ਹਾਂਜੀ, ਚੈਲੰਜ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਮੈਂ ਕੋਈ ਐਡਮਿਨਿਸਟ੍ਰੇਟਿਵ ਅਹੁਦਾ ਮੈਨੂੰ ਮਿਲਿਆ, ਜਦੋਂ ਮੈਂ ਪ੍ਰੋਫੈਸਰ ਤੋਂ ਹੈੱਡ ਬਣੀ ਤਾਂ ਸ਼ਾਇਦ PAU ਦੇ ਵਿੱਚ
ਸਭ ਤੋਂ ਜਿਹੜੇ ਯੰਗ ਹੈਡ ਸੀਗੇ ਉਹਨਾਂ ਦੇ ਵਿੱਚ ਸੀ, ਤਾਂ ਮੇਰੀ ਏਜ ਚੈਲੰਜ ਸੀ। ਪਰ ਇਹ ਵੀ ਲੋਕਾਂ ਨੂੰ ਪਤਾ ਸੀ ਕਿ ਇਹ ਕੰਮ ਕਿਸ ਤਰ੍ਹਾਂ ਕਰਦੀ ਹੈ ਜੀ। ਤਾਂ ਫਿਰ ਵੀ ਕਿਤੇ ਕਿਤੇ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਆਉਂਦੀ ਸੀ ਕਿ ਹਾਂ ਮੈਨੂੰ ਆਪਣੇ ਆਪ ਨੂੰ ਫਿਰ ਦੁਬਾਰਾ ਮੁੜ ਪ੍ਰੂਵ ਕਰਨਾ ਪੈਂਦਾ ਸੀ ਕਿ ਮੈਂ ਇਹ ਸਿਚੁਏਸ਼ਨ ਹੈਂਡਲ ਕਰ ਸਕਦੀ ਹਾਂ। ਔਰ ਕਈ PAU ਦੇ ਵਿੱਚ ਨਵੀਆਂ ਲੀਹਾਂ ਸ਼ੁਰੂ ਕੀਤੀਆਂ, ਜਿਵੇਂ ਸਭ ਤੋਂ ਪਹਿਲਾਂ ਪੇਟੈਂਟ ਸੀਗਾ PAU ਦਾ ਜਿਹੜਾ ਫਾਈਲ ਹੋਣਾ ਸੀ, 1962 ਚ ਯੂਨੀਵਰਸਿਟੀ ਬਣੀ ਸੀ, 2006 ਚ ਪਹਿਲਾ ਪੇਟੈਂਟ ਮੈਂ ਤੇ ਮੇਰੀ ਇੱਕ ਸਟੂਡੈਂਟ ਦਾ ਫਾਈਲ ਹੋਇਆ ਸੀ ਜੀ। ਉਹਦੇ ਲਈ ਰੂਲਸ ਚੇਂਜ ਕਰਵਾਣੇ, ਕਿਉਂਕਿ 62 ਵਾਲੇ ਰੂਲਸ 6 ਤੱਕ ਤਾਂ ਬਹੁਤ ਕੁਝ ਦੁਨੀਆ 'ਚ ਚੇਂਜ ਹੋ ਚੁੱਕਿਆ ਸੀਗਾ, ਗਲੋਬਲਾਈਜੇਸ਼ਨ ਦਾ ਜ਼ਮਾਨਾ ਆ ਗਿਆ ਸੀ, ਤਾਂ ਉਹ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਸੀ। ਉਸ ਤੋਂ ਬਾਅਦ ਇਸੇ ਤਰ੍ਹਾਂ PAU ਦੇ ਵਿੱਚ ਪਹਿਲੀ ਕੰਸਲਟੈਂਸੀ ਜਿਹੜੀ ਲਈ ਸੀ ਉਹ ਵੀ ਮੈਂ ਤੇ ਮੇਰੀ ਟੀਮ ਨੇ ਲਈ ਸੀ। ਲੋਕੀ ਮਤਲਬ ਸਮਝ ਹੀ ਨਹੀਂ ਰਹੇ ਸੀ ਕਿ ਅਸੀਂ ਕੰਸਲਟੈਂਸੀ ਹੀ ਮੋਡ ਦੇ ਵਿੱਚ ਇਸ ਕੰਮ ਨੂੰ ਹੈਂਡਲ ਕਰਨਾ ਚਾਹੁੰਦੇ ਹਾਂ ਜੀ। ਅਸੀਂ ਇਹਨੂੰ ਇੱਕ ਰਿਸਰਚ ਪ੍ਰੋਜੈਕਟ ਦੇ ਤੌਰ ਤੇ ਨਹੀਂ ਹੈਂਡਲ ਕਰਨਾ। ਹਾਲਾਂਕਿ ਵਾਈਸ ਚਾਂਸਲਰ ਜਿਹੜੇ ਉੱਪਰਲੇ ਅਹੁਦੇਦਾਰ ਸੀਗੇ ਸਾਰੇ ਇਸ ਗੱਲ ਨੂੰ ਸਮਝਦੇ ਸੀ, ਪਰ ਕਿਉਂਕਿ ਕਦੇ ਉਹ ਜਿਹਾ ਕੰਮ ਦੀ ਕੋਈ ਐਗਜ਼ਾਮਪਲ ਹੈ ਨਹੀਂ ਸੀ, ਤਾਂ ਉਹ ਸਾਰਾ ਮਤਲਬ ਆਡਿਟ ਤੋਂ ਕਲੀਅਰੈਂਸ ਲੈਣੀ ਸਾਰਾ ਕੁਝ ਉਹ ਬਹੁਤ ਇੱਕ ਚੈਲੰਜਿੰਗ ਜੌਬ ਸੀਗੀ। ਲੇਕਿਨ ਵਿਦ ਗॉड ਗ੍ਰੇਸ ਔਰ ਸਾਰਿਆਂ ਦੀ ਕੋਆਪਰੇਸ਼ਨ ਦੇ ਨਾਲ ਉਹ ਅੱਛਾ। ਇਸੇ ਤਰ੍ਹਾਂ ਹੁਣ ਜੇ ਇੱਥੇ ਆਈ ਆ, ਇੱਥੇ ਆ ਕੇ ਵੀ ਇਹੀ ਹੋਇਆ ਕਿ ਸ਼ੀ ਇਜ਼ ਅ ਵਿਮਨ ਜੀ। ਭਾਵੇਂ ਜਿੱਡੀ ਮਰਜ਼ੀ ਤੁਹਾਡੇ ਤੇ ਸਟੈਂਪ ਲੱਗੀ ਹੋਵੇ ਕਿ ਤੁਸੀਂ PTSC ਦੇ ਮੈਂਬਰ ਰਹੇ ਹੋ, ਤੁਸੀਂ ਨੈਸ਼ਨਲ ਇੰਸਟੀਚਿਊਟ ਦੇ ਡਾਇਰੈਕਟਰ ਰਹੇ ਹੋ, ਲੇਕਿਨ ਇਹ ਚੀਜ਼ ਡੈਫੀਨੇਟਲੀ ਕਿਤੇ ਨਾ ਕਿਤੇ ਰਹਿੰਦੀ ਹੈ ਕਿ ਇਹ ਇੱਕ ਲੇਡੀ ਹੈ ਤਾਂ ਸ਼ਾਇਦ ਇਸ ਕਰਕੇ। ਪਰ ਜਦੋਂ 2-4 ਚੈਲੰਜਿੰਗ ਸਿਚੁਏਸ਼ਨ ਨੂੰ ਤੁਸੀਂ ਆਪਣੇ ਤਰੀਕੇ ਨਾਲ, ਇਹ ਨਹੀਂ ਕਿ ਕਿਸੇ ਦੀ ਚੁੱਕ ਚਾ ਕੇ ਡਿਸੀਜਨ ਸਭ ਨਾਲ ਕੰਸੈਂਸਸ ਕਰੋ ਜੀ, ਬ੍ਰੇਨਸਟਾਰਮਿੰਗ ਕਰੋ, ਕੰਸੈਂਸਸ ਡਿਵੈਲਪ ਕਰੋ, ਲੇਕਿਨ ਡਿਸੀਜਨ ਐਟ ਦਾ ਐਂਡ ਆਫ ਦਾ ਡੇ ਤੁਹਾਡਾ ਹੋਣਾ ਚਾਹੀਦਾ। ਇਹ ਨਹੀਂ ਕਿ ਕੱਲ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਹਾਂ ਤੁਸੀਂ ਮੈਨੂੰ ਕਿਹਾ ਸੀ ਤਾਂ ਮੈਂ ਇਸ ਕਰਕੇ ਇਸ ਤਰ੍ਹਾਂ ਦਾ ਡਿਸੀਜਨ ਲੈ ਲਿਆ ਜੀ। ਉਹ ਇੱਕ ਦੋ ਮੈਨੂੰ ਲੱਗਦਾ ਮਹਿਲਾ ਹੋਣ ਦੇ ਨਾਤੇ ਇੱਕ ਥੋੜਾ ਜਿਹਾ ਐਕਸਟਰਾ ਬਰਡਨ ਤੁਹਾਡੇ ਤੇ ਹੋਵੇ ਨਾ ਹੋਵੇ, ਦੂਜੇ ਲੋਕਾਂ ਤੇ ਜ਼ਰੂਰ ਹੁੰਦਾ ਵੀ ਦੇਖੀਏ ਕੀ ਕਰਦੀ ਹੈ ਜੀ। ਬਿਲਕੁਲ ਹਾਂ। ਤੇ ਜਦੋਂ ਤੁਸੀਂ 2-3 ਅੱਛੇ ਡਿਸੀਜਨ ਲੈ ਲੈਂਦੇ ਹੋ ਫਿਰ ਉਹ ਭਾਵੇਂ ਦੈਨ ਇਟ ਡਜ਼ਨਟ ਮੈਟਰ ਜੈਂਡਰ, ਫਿਰ ਉਹਦੇ ਵਿੱਚ ਨਹੀਂ ਆਉਂਦਾ। ਉਹ ਭਾਵੇਂ ਆਦਮੀ ਹੋਵੇ ਭਾਵੇਂ ਔਰਤ ਹੋਵੇ, ਸਾਰੇ ਤੁਹਾਡੇ ਨਾਲ ਜੀ। ਸੋ ਮੈਮ ਤੁਸੀਂ ਪੇਟੈਂਟ ਦੀ ਗੱਲ ਕੀਤੀ ਹੈ, ਸੋ ਪੇਟੈਂਟ ਕੀ ਸੀਗੀ? ਉਹ ਪੇਟੈਂਟ ਸੀਗਾ ਜੀ, ਅਸੀਂ ਇੱਕ ਨੈਚੁਰਲ ਡਾਈ ਬਣਾਉਣ ਦਾ ਨਾ ਤਰੀਕਾ, ਕੁਦਰਤੀ ਸੋਮਿਆਂ ਤੋਂ ਰੰਗ ਜਿਹੜੇ ਕਿ ਹਾਲੇ ਵੀ ਬਹੁਤ ਪ੍ਰਚਲਿਤ ਹੈਗੇ ਹੈ ਭਾਰਤ ਦੇ ਵਿੱਚ ਵੀ, ਭਾਰਤ ਤੋਂ ਬਾਹਰ ਯੂਰਪੀਅਨ ਦੇਸ਼ਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਹਨਾਂ ਦੀ ਡਿਮਾਂਡ ਹੈਗੀ ਹੈ। ਤਾਂ ਇੱਕ ਦੋ ਸੀਗੇ ਸਾਡੇ ਕੁਦਰਤੀ ਸੋਮੇ, ਇੱਕ ਤਾਂ ਵੀਡ ਸੀਗਾ ਇੱਕ ਤਰ੍ਹਾਂ ਦਾ, ਠੀਕ ਹੈ ਹਾਂ, ਔਰ ਇੱਕ ਹੋਰ ਸੀਗਾ ਜਿਵੇਂ ਮਨਜੀਠ ਰੰਗ ਦਿੰਦਾ ਨਾ ਉਸ ਤਰ੍ਹਾਂ ਦਾ ਰੰਗ ਉਹਦੇ ਨਾਲ ਨਿਕਲਦਾ ਸੀ। ਉਹ 2 ਸੋਮਿਆਂ ਤੋਂ ਰੰਗ ਕਿਵੇਂ ਕੱਢਣਾ, ਕਿਵੇਂ ਬਣਾਉਣਾ ਤੇ ਕੱਪੜੇ ਨੂੰ ਕਿਵੇਂ ਫਿਰ ਰੰਗਣਾ, ਉਹਦੇ ਬਾਰੇ ਪੇਟੈਂਟ ਸੀਗਾ ਜੀ। ਹਾਂਜੀ। ਸੋ ਤੁਸੀਂ ਅਪੈਰਲ ਤੇ ਟੈਕਸਟਾਈਲ ਸਾਇੰਸ ਡਿਪਾਰਟਮੈਂਟ 'ਚ ਵੀ ਰਹਿ ਚੁੱਕੇ ਹੋ, ਤੇ ਇਸ ਦੇ ਬਾਰੇ ਥੋੜਾ ਜਿਹਾ ਦੱਸੋ ਕੀ ਓਪਰਚੁਨਿਟੀਜ਼ ਨੇ? ਦੇਖੋ ਜਿਹੜੀ ਅਪੈਰਲ ਔਰ ਟੈਕਸਟਾਈਲ ਇੰਡਸਟਰੀ ਹੈਗੀ ਹੈ ਭਾਰਤ ਦੀ, ਇਹ ਸੈਕਿੰਡ ਲਾਰਜੈਸਟ ਇੱਕ ਤਰ੍ਹਾਂ ਤੁਸੀਂ ਕਹੋ ਕਿ ਇੰਡੀਆ ਦੀ ਇੰਡਸਟਰੀ ਹੈਗੀ ਹੈ ਜੀ। ਔਰ ਬਹੁਤ ਮਤਲਬ ਐਮਪਲੋਇਮੈਂਟ ਓਪਰਚੁਨਿਟੀਜ਼ ਹੈ। ਇਹ ਇੱਕ ਕਿਸੇ ਹੁਣ ਤਾਂ ਇਕੋਨਮੀ ਦੀ ਹਾਲਤ ਤੁਹਾਨੂੰ ਪਤਾ ਹੀ ਹੈ, ਹਰ ਥਾਂ ਤੇ ਥੋੜੀ ਖਸਤਾ ਹੈਗੀ ਹੈ, ਲੇਕਿਨ ਇਸ ਤੋਂ ਪਹਿਲਾਂ ਇਹ ਇੱਕ ਫੋਰਨ ਐਕਸਚੇਂਜ ਅਰਨਰ ਵੀ ਭਾਰਤ ਦੇ ਲਈ ਬਹੁਤ ਵੱਡੀ ਰਹੀ ਹੈ ਜੀ। ਔਰ ਇਹਦੇ ਵਿੱਚ ਕੰਮ ਮਤਲਬ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਹੈਗੇ ਆ। ਜੇ ਆਪਾਂ ਪਿੰਡ 'ਚ ਬੈਠੇ ਆ, ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਲੋਕੀ ਕਹਿ ਦਿੰਦੇ ਆ ਦਰੀਆਂ ਹੁਣ ਕੌਣ ਵਰਤਦਾ ਹੈ, ਲੇਕਿਨ ਦਰੀਆਂ ਨੂੰ ਅੱਜ ਕੱਲ ਦੇ ਜ਼ਮਾਨੇ ਦੇ ਨਾਲ ਸੋਧ ਕੇ ਜੇ ਆਪਾਂ ਡਿਜ਼ਾਈਨ ਕਰੀਏ ਜਾਂ ਰੰਗ ਉਹਨਾਂ ਦੇ ਵਿੱਚ ਵਰਤੀਏ, ਨਮੂਨੇ
ਉਸ ਤਰ੍ਹਾਂ ਦੇ ਵਰਤੀਏ ਤਾਂ ਉਹਨਾਂ ਦੀ ਬਹੁਤ ਮਾਰਕੀਟ ਡਿਮਾਂਡ ਹੈਗੀ ਹੈ, ਬਾਹਰ ਵੀ ਹੈਗੀ ਹੈ। ਈਵਨ ਮਤਲਬ ਆਪਣੇ ਘਰਾਂ ਦੇ ਵਿੱਚ ਵੀ ਇੱਕ ਤਰ੍ਹਾਂ ਉਹ ਕਲੀਨਾਂ ਨੂੰ ਛੱਡ ਕੇ, ਠੀਕ ਹੈ, ਲੋਕੀ ਕਲੀਨ ਜਿਹੜੇ ਹੈਗੇ ਆ, ਗਲੀਚੇ ਜਿਹੜੇ ਹੈਗੇ ਆ, ਉਹ ਡਰਾਇੰਗ ਰੂਮ ਲਈ ਭਾਵੇਂ ਵਰਤ ਲੈਣ, ਲੇਕਿਨ ਬੈਡਰੂਮ ਦੇ ਵਿੱਚ ਜੇ ਆਪਾਂ ਇੱਕ ਰਨਰ ਜਿਹਾ ਵਰਤਣਾ, ਆਪਾਂ ਦਰੀ ਵਰਤਣਾ, ਐਟਲੀਸਟ ਮੈਂ ਪਸੰਦ ਕਰਦੀ ਹਾਂ, ਮੇਰੇ ਨਾਲ ਦੇ ਹੋਰ ਵੀ ਬੜੇ ਲੋਕ ਹੈਗੇ ਆ ਜੀ। ਬਹੁਤ ਵੱਡੀਆਂ ਵੱਡੀਆਂ ਦੁਕਾਨਾਂ, ਬਹੁਤ ਵੱਡੇ ਵੱਡੇ ਡਿਜ਼ਾਈਨਰ ਲੇਬਲ ਦਰੀਆਂ ਦੇ ਨਾਂ ਤੇ ਚੱਲ ਰਹੇ ਆ। ਇਸੇ ਤਰ੍ਹਾਂ ਫੁਲਕਾਰੀ ਨੇ ਆਪਾਂ ਦੇਖੋ ਸਾਰੇ ਗਲੋਬਲ ਛਾਈ ਹੋਈ ਹੈ, ਸਾਰੇ ਵਿਸ਼ਵ ਪੱਧਰ ਤੇ ਛਾਈ ਹੋਈ ਹੈ ਨਾ। ਔਰ ਉਹਦੇ ਆਪਾਂ ਪਹਿਲਾਂ ਫੁਲਕਾਰੀ ਚੁੰਨੀ ਦੇ ਤੌਰ ਤੇ ਕਹਿ ਲਓ ਵਰਤਦੇ ਸੀ, ਜਾਂ ਇੱਕ ਤਰ੍ਹਾਂ ਦਾ ਸ਼ਾਲ ਜਾਂ ਚੁੰਨੀ ਦੇ ਤੌਰ ਤੇ ਵਰਤਦੇ ਸੀਗੇ। ਹੁਣ ਤੁਸੀਂ ਦੇਖੋ ਪੋਟਲੀਆਂ ਤੋਂ ਲੈ ਕੇ, ਸ਼ਗਨ ਦੇ ਲਿਫਾਫਿਆਂ ਤੋਂ ਲੈ ਕੇ, ਜੁੱਤੀਆਂ ਤੋਂ ਲੈ ਕੇ ਲਹਿੰਗੇ ਤੱਕ, ਹੈ ਨਾ, ਬੈੱਡ ਕਵਰਸ ਤੱਕ, ਕਰਟਨ, ਫੁਲਕਾਰੀ ਦਾ ਕੀ ਕੁਛ ਚੱਲ ਰਿਹਾ। ਇਸੇ ਤਰ੍ਹਾਂ ਜੇ ਆਪਾਂ ਕੰਟੈਂਪਰੇਰੀ ਕੱਪੜਿਆਂ ਦੀ ਡਿਜ਼ਾਈਨਿੰਗ ਦੀ ਗੱਲ ਕਰੀਏ, ਤੁਹਾਡੇ ਕੋਲ ਵੱਡੇ ਵੱਡੇ ਨਾਂ ਹੈਗੇ ਆ ਡਿਜ਼ਾਈਨਰਸ ਦੇ, ਰਿਤੂ ਕੁਮਾਰ ਹੈ, ਹੋਰ ਕਈ ਹੈਗੀਆਂ ਨੇ, ਰਿਤੂ ਬੇਰੀ ਹੈ ਨਾ, ਕਈ ਇਹੋ ਜਿਹੇ ਡਿਜ਼ਾਈਨਰਸ ਹੈਗੇ ਆ ਜਿਹੜੇ ਬਹੁਤ ਨਾਮੀ ਗ੍ਰਾਮੀ ਹੈਗੇ ਆ। ਅੱਜ ਕੱਲ੍ਹ ਸਾਬਿਆਸਾਚੀ ਤੁਹਾਨੂੰ ਪਤਾ ਬਹੁਤ ਨਾਮ ਚੱਲ ਰਿਹਾ ਉਹਦਾ। ਤੁਸੀਂ ਬਠਿੰਡਾ ਦੇ ਵਿੱਚ ਦੇਖੋ, ਮਾਲ ਰੋਡ ਤੇ 3-4 ਦੁਕਾਨਾਂ ਡਿਜ਼ਾਈਨਰ ਜਿਹੜੀਆਂ ਇੰਡੀਆ ਦੇ ਵਿੱਚ ਵੈਲ ਨੋਨ ਹੈਗੀਆਂ, ਉਹ ਇਕੱਠੀਆਂ ਦੁਕਾਨਾਂ ਹੈਗੀਆਂ ਨੇ ਰੈਡੀਮੇਡ ਕੱਪੜਿਆਂ ਦੀਆਂ ਸਾਰੀਆਂ। ਔਰ ਮਤਲਬ ਰੈਡੀਮੇਡ ਕੱਪੜਾ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅੱਜ ਕੱਲ ਪ੍ਰੈਫਰ ਕਰਦਾ ਕਿ ਟੇਲਰ ਕੁੜਤੇ ਪਜਾਮਿਆਂ ਲਈ ਤਾਂ ਠੀਕ ਹੈ ਨਾ, ਪਰ ਇੱਕ ਜਿਹੜਾ ਆਮ ਬੰਦਾ ਹੈ, ਘੱਟੋ ਘੱਟ ਕੰਮ ਤੇ ਜਾਣ ਵਾਲੇ ਕੱਪੜੇ ਉਹ ਰੈਡੀਮੇਡ ਪਾਉਣਾ ਪਸੰਦ ਕਰਦਾ। ਹਾਂਜੀ, ਬਹੁਤ ਕੰਮਕਾਜ ਦੇ ਬਹੁਤ ਮੌਕੇ ਆ ਇਹਦੇ ਨਾਲ। ਇਹ ਤਾਂ ਕੱਪੜਿਆਂ ਦੀ ਗੱਲ, ਫਿਰ ਰੰਗਾਈ ਵੀ ਹੈ, ਧਾਗੇ ਦੀ ਕਟਾਈ ਵੀ ਹੈ, ਆਪਣੇ ਕਪਾਹ ਚੁਗਣ ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਇਸ ਇਲਾਕੇ ਦੀ ਗੱਲ ਕਰੀਏ, ਕਪਾਹ ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਸੋ ਤੁਸੀਂ ਭੁਵਨੇਸ਼ਵਰ ਵੀ ਗਏ ਹੋ, ਉੱਥੇ ਵੀ ਆਪਣੀ ਡਿਊਟੀ ਨਿਭਾਈ ਹੈ, ਉੱਥੇ ਵੀ ਸਰਵਿਸਿਜ਼ ਦਿੱਤੀਆਂ, ਸੋ ਉਹ ਐਕਸਪੀਰੀਅੰਸ ਕਿਵੇਂ ਦਾ ਸੀ? ਉਹ ਐਕਸਪੀਰੀਅੰਸ ਮੇਰੇ ਲਈ ਬਹੁਤ ਪ੍ਰੋਡਕਟਿਵ ਵੀ ਸੀ। ਪਹਿਲੀ ਤਾਂ ਗੱਲ ਲਰਨਿੰਗ ਐਕਸਪੀਰੀਅੰਸ ਸੀ, ਪ੍ਰੋਡਕਟਿਵ ਐਕਸਪੀਰੀਅੰਸ ਸੀ। ਔਰ ਜਿਹਨੂੰ ਕਹਿੰਦੇ ਨਾ ਸੱਚਮੁੱਚ, ਬਿਕੋਜ਼ ਜਿਹੜਾ ਡਿਵੈਲਪਮੈਂਟ ਵਿਕਾਸ ਦਾ ਕੰਮ ਹੈ ਜਿਹੜਾ ਗਰਾਊਂਡ ਲੈਵਲ ਤੇ ਉਹ ਕਰਨ ਦੀ ਜਿਹੜੀ ਮੇਰੀ ਇੱਕ ਮਤਲਬ ਜਿਹੜੇ ਇਹ ਚੀਜ਼ ਮੇਰੀ ਰੂਹ ਨੂੰ ਸਕੂਨ ਦਿੰਦਾ ਜੀ। ਤਾਂ ਇੱਥੇ ਵੀ ਇੱਥੇ ਮੈਂ ਕੋਸ਼ਿਸ਼ ਕਰਦੀ ਸੀ, ਲੱਭਦੀ ਰਹਿੰਦੀ ਸੀ, ਫੇਰ ਕਰਦੀ ਸੀ। ਜੇ ਇੱਥੇ ਨਹੀਂ ਮਿਲਿਆ ਤਾਂ ਮੈਂ ਜੰਮੂ ਕਸ਼ਮੀਰ ਦੇ ਜਿਹੜੇ ਪਿੰਡਾਂ ਦੇ ਵਿੱਚ ਕਾਰੀਗਰ ਹੈਗੇ ਆ, ਹੈ ਨਾ, ਜਿਹੜੇ ਕਢਾਈਆਂ ਕਰਦੇ ਆ ਜਾਂ ਡਿਜ਼ਾਈਨਿੰਗ, ਮੈਂ ਜੀ ਹਾਂ ਉਹਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਸੀ। ਪਰ ਭੁਵਨੇਸ਼ਵਰ ਜਾ ਕੇ ਮਤਲਬ ਪਹਿਲੀ ਤਾਂ ਗੱਲ ਇਹ ਪਤਾ ਚੱਲਿਆ ਕਿ ਖੇਤੀ ਦੇ ਵਿੱਚ ਆਪਾਂ ਤਾਂ ਇੱਥੇ ਟਰੈਕਟਰਾਂ ਦੀ ਗੱਲ ਕਰਦੇ ਹਾਂ, ਵੱਡੇ ਤੋਂ ਛੋਟੇ ਟਰੈਕਟਰਾਂ ਦੀ, ਕਿਤੇ ਬੈਲ ਵੀ, ਇੱਕ ਬੈਲ ਨਾਲ ਵੀ ਖੇਤੀ ਹੁੰਦੀ ਹੈ ਜੀ। ਹਾਂ, ਇੱਥੇ ਪਹਾੜਾਂ ਦੇ ਵਿੱਚ ਜ਼ਰੂਰ ਦੇਖਿਆ ਸੀ, ਪਰ ਇੱਕ ਬੈਲ ਦੇ ਨਾਲ ਖੇਤੀ ਕਰਨੀ। ਫਿਰ ਟਰਾਈਬਲ ਏਰੀਆਜ਼ ਦੇ ਵਿੱਚ ਗਏ ਅਸੀਂ, ਉੱਥੇ ਤੁਸੀਂ ਇਹ ਦੇਖੋ ਕਿ ਨਦੀ ਹੈ ਜੀ, ਨਦੀ ਦੇ ਵਿੱਚੋਂ ਹੀ ਉਹਨਾਂ ਨੇ ਪਾਣੀ ਆਪ ਪੀ ਵੀ ਲੈਣਾ, ਨਹਾ ਵੀ ਲੈਣਾ, ਪਸ਼ੂਆਂ ਨੇ ਵੀ ਉੱਥੇ ਹੀ ਪਾਣੀ ਪੀਣਾ, ਮੁਰਗੀਆਂ ਵੀ ਉੱਥੇ ਹੀ ਤੁਰੀਆਂ ਫਿਰਦੀਆਂ। ਮੈਂ ਸੁੰਦਰਬੰਸ ਦੇ ਵਿੱਚ ਗਈ, ਸੁੰਦਰਬੰਸ ਦੇ ਵਿੱਚ 2 ਝੁੱਗੀਆਂ ਦੇ ਵਿਚਕਾਰ ਇੱਕ ਪੋਖਰ ਹੈ ਜੀ, 7-8 ਫੁੱਟ ਦਾ, ਤੁਸੀਂ ਕਹਿ ਲਓ ਟੋਬਾ ਵੀ ਨਹੀਂ ਕਹੂੰਗੀ ਮੈਂ, ਛੋਟੀ ਜਿਹੀ ਛੱਪੜੀ ਹੈ, ਅੱਛਾ ਜੀ, ਹੈ ਨਾ। ਉਹਦੇ ਆਲੇ ਦੁਆਲੇ ਸਾਰੀ ਲਾਈਫ ਰਿਵੋਲਵ ਕਰ ਰਹੀ ਹੈ ਲੋਕਾਂ ਦੀ। ਤੇ ਉੱਥੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਡਿਵੈਲਪਮੈਂਟਲ ਕੰਮ, ਜਿਨ੍ਹਾਂ ਨੇ ਜਿਹੜਾ ਪਾਣੀ ਪੀ ਰਹੇ ਆ ਉਹ ਸਾਫ਼ ਨਹੀਂ ਹੈ, ਜਿਹੜਾ ਖਾਣਾ ਉਸ ਪਾਣੀ ਦੇ ਵਿੱਚ ਬਣਾ ਰਹੇ ਆ ਤੁਸੀਂ ਉਹਦੀ ਹਾਲਤ ਦੇਖੋ। ਤਾਂ ਮੈਨੂੰ ਪੁੱਛਿਆ ਗਿਆ ਕੁਐਸਚਨ ਕਿ ਮੈਡਮ ਤੁਸੀਂ ਇੱਥੇ ਕਿੱਥੋਂ ਕੰਮ ਕਿਹੜਾ ਸ਼ੁਰੂ ਕਰੋਗੇ? ਮੈਂ ਕਿਹਾ ਜੀ ਮੈਂ ਤਾਂ ਇੱਥੇ ਬੱਚਿਆਂ ਦੀ ਡੀਵਰਮਿੰਗ ਤੋਂ ਸ਼ੁਰੂ ਕਰੂੰਗੀ ਕੰਮ ਜੀ, ਕਿਉਂਕਿ ਪੋਸ਼ਣ ਤਾਂ ਹੀ ਮਿਲੂਗਾ ਜੇ ਬੱਚਿਆਂ ਦੇ ਵਰਮਸ ਨਿਕਲਣਗੇ। ਈਵਨ ਹਿਊਮਨ, ਉਹਨਾਂ ਦੇ ਸਾਰਿਆਂ ਦੇ ਮੂੰਹ ਤੇ ਸਟਾਕ ਪਤਾ ਲੱਗ ਰਿਹਾ ਸੀ ਕਿ ਇਨਫੈਸਟੇਸ਼ਨ ਬਹੁਤ ਜ਼ਿਆਦਾ ਹੋਈ ਹੈ ਵਰਮਸ ਜੀ ਜੀ। ਤਾਂ ਉਹ ਜਿਹੇ ਚੈਲੰਜਸ, ਫਿਰ ਫਲੱਡ ਆ ਗਏ ਜੀ, ਹੈ ਨਾ। ਅਸੀਂ ਕੰਮ ਕੀਤਾ ਉਹਨਾਂ ਇਲਾਕਿਆਂ 'ਚ ਜਿੱਥੇ ਫਲੱਡਸ ਆ ਗਏ ਸੀ ਸਾਈਕਲੋਨ ਦੇ ਕਾਰਨ,
ਉਸ ਤੋਂ ਬਾਅਦ ਫਲੱਡਸ ਆ ਗਏ ਸੀ ਜੀ। ਫਿਰ ਉੱਥੇ ਲੋਕਾਂ ਕੋਲ ਖਾਣਾ ਖਾਣ ਲਈ ਨਹੀਂ ਹੈ, ਉਹਨਾਂ ਨੂੰ ਪਹਿਲਾਂ ਖਾਣਾ ਦਿੱਤਾ, ਫਿਰ ਖਾਣਾ ਸਟੋਰ ਕਰਨ ਦਾ ਕੋਈ ਸਾਧਨ ਨਹੀਂ ਹੈ, ਜਿਵੇਂ ਆਪਣੇ ਪਿੰਡਾਂ 'ਚ ਡਰਮ ਮਤਲਬ ਜਿਹਨੂੰ ਕਹੋ ਅਨਾਜ ਸਟੋਰ ਕਰਨ ਦਾ ਸਾਧਨ ਨਹੀਂ ਹੈ ਜੀ। ਉਹਨਾਂ ਨੇ ਕਦੇ ਚਾਰਾ ਨਹੀਂ ਸੀ ਦੇਖਿਆ, ਜੰਗਲ 'ਚ ਜਿਹੜਾ ਵੱਢ ਲਿਆ ਕਦੇ ਚਾਰਾ, ਜਿਵੇਂ ਆਪਾਂ ਚਰੀ ਹੈਗੀ, ਬਰਸੀਮ ਹੈਗਾ, ਇਹੋ ਜਿਹਾ ਕੁਛ ਤਾਂ ਉਹਨਾਂ ਨੇ ਦੇਖਿਆ ਹੀ ਨਹੀਂ ਸੀ ਜੀ। ਹਾਂ, ਉਹ ਉਹਨਾਂ ਨੂੰ ਦਿੱਤਾ। ਬਹੁਤ ਜ਼ਿਆਦਾ ਚੈਲੰਜਿਸ ਹੈਗੇ ਆ, ਮਤਲਬ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ। ਲੇਡੀਜ਼ ਉੱਥੇ ਜਦੋਂ ਖੇਤੀ ਕਰਦੀਆਂ, ਖੇਤਾਂ ਜੇ ਸੋਕਾ ਪੈ ਗਿਆ ਤਾਂ ਜ਼ਮੀਨ ਨੇ ਪੱਥਰ ਬਣ ਜਾਣਾ ਜੀ, ਪਥਰੀਲਾ ਏਰੀਆ ਬਣ ਜਾਂਦਾ। ਹਾਂਜੀ ਹਾਂ, ਉਹ ਲੇਡੀਜ਼ ਨੇ ਕੰਮ ਕਰਨਾ ਟ੍ਰਾਈਬਲ ਏਰੀਆਜ਼ ਦੇ ਵਿੱਚ ਜ਼ਿਆਦਾ, ਜਾਂ ਜਿਵੇਂ ਤੁਸੀਂ ਕਾਲਾ ਹਾਂਡੀ ਦਾ ਤਾਂ ਨਾਮ ਸੁਣਿਆ ਹੋਣਾ ਜੀ, ਹਾਂਜੀ, ਹੈ ਨਾ, ਕੁਪੋਸ਼ਣ ਕਰਕੇ ਨੋਨ ਥਾਂ ਹੈਗੀ ਹੈ, ਉੱਥੋਂ ਦੇ ਇਲਾਕਿਆਂ ਦੇ ਵਿੱਚ ਪੱਥਰ ਬਣ ਜਾਂਦੀ ਹੈ ਜ਼ਮੀਨ, ਔਰ ਉਹਨੂੰ ਫਾਵੜਾ ਤਾਂ ਉੱਥੇ ਕੰਮ ਹੀ ਨਹੀਂ ਕਰਦਾ ਜੀ। ਹਾਂ, ਉਹ ਪਹਿਲਾਂ ਇੰਨੀ ਬਿਲਕੁਲ ਸ਼ਾਰਪ ਜਿਹੜੇ ਹੁੰਦੇ ਆ ਜਿਹਨਾਂ ਸੜਕ ਨਹੀਂ ਬਣਾਉਂਦੇ, ਉਸ ਤਰ੍ਹਾਂ ਦੇ ਲੈ ਕੇ ਫਾਵੜੇ ਉਹਦਾ ਨਾਲ ਕੰਮ ਕਰਦੇ ਜੀ। ਸੋ ਜੇਕਰ ਮੈਂ ਗੱਲ ਕਰਾਂ ਪ੍ਰੈਜ਼ੈਂਟ ਸਮੇਂ ਦੀ, ਕਿ ਤਲਵੰਡੀ ਸਾਬੋ ਦੀ ਧਰਤੀ ਤੇ ਤੁਸੀਂ ਇੱਕ ਸਿੱਖਿਆ ਅਦਾਰੇ 'ਚ ਕੰਮ ਕਰ ਰਹੇ ਹੋ ਇਸ ਵਕਤ, ਹਿਸਟੋਰੀਕਲ ਬੈਕਗਰਾਊਂਡ ਹੀ ਜਿਹਦਾ ਬਹੁਤ ਜ਼ਿਆਦਾ ਵਧੀਆ ਹੈ, ਸਿਗਨੀਫੀਕੈਂਟ ਹੈ, ਸੋ ਇਹੋ ਜਿਹੀ ਧਰਤੀ ਤੇ ਤੁਹਾਨੂੰ ਜੌਬ ਕਰਦੇ ਹੋਏ ਕਿਵੇਂ ਦਾ ਲੱਗ ਰਿਹਾ? ਦੇਖੋ, ਮੈਂ ਇੱਕ ਚੀਜ਼ ਬਿਲੀਵ ਕਰਦੀ ਹਾਂ ਕਿ ਆਫਰਸ ਮੇਰੇ ਕੋਲ ਹੋਰ ਸੀਗੀਆਂ ਜੀ, ਲੁਧਿਆਣੇ ਦੇ ਆਲੇ ਦੁਆਲੇ ਮਿਲ ਸਕਦੀਆਂ ਸੀ ਜੀ, ਪਰ ਪਤਾ ਨਹੀਂ ਕਿਸ ਚੀਜ਼ ਨੇ ਮੇਰੇ ਤੋਂ ਇਹ ਡਿਸਾਈਡ ਕਰਵਾਇਆ ਕਿ ਜਾਂ ਇਹ ਕਿ ਮੈਨੂੰ ਚੈਲੰਜ ਜਿਹੜੇ ਟੇਕ ਅਪ ਕਰਨ ਦੀ ਆਦਤ ਹੈ ਉਸ ਕਰਕੇ। ਪਰ ਇਹ ਮੈਂ ਡੈਫੀਨੇਟਲੀ ਮੰਨਦੀ ਹਾਂ ਕਿ ਜੇ ਇੱਥੇ ਮੈਂ ਆਈ ਹਾਂ, ਪਰਮਾਤਮਾ ਨੇ ਮੈਨੂੰ ਇੱਥੇ ਭੇਜਿਆ ਹੈਗਾ, ਤਾਂ ਉਹਦਾ ਇੱਕ ਕਾਰਨ ਜ਼ਰੂਰ ਹੈਗਾ। ਕਾਰਨ ਸ਼ਾਇਦ ਇਹੀ ਹੈ ਕਿ ਜਾਂ ਤਾਂ ਇੱਥੋਂ ਦੀ ਖੇਤੀਬਾੜੀ ਨੂੰ ਇੱਕ ਨਵਾਂ ਰੁਖ ਦੇਣਾ, ਯੂਨੀਵਰਸਿਟੀ ਦਾ ਤਾਂ ਜਿਹੜਾ ਡਿਵੈਲਪਮੈਂਟ ਕਰਨੀ ਹੈ ਜੀ, ਹੈ ਨਾ। ਯੂਨੀਵਰਸਿਟੀ ਦੇ ਵਿੱਚ ਹੁਣ ਤੁਸੀਂ ਦੇਖੋ, ਅਸੀਂ ਮੇਰੇ ਖਿਆਲ 5 ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਸ ਪਿਛਲੇ 1.5-2 ਮਹੀਨਿਆਂ ਤੋਂ ਚਲਾ ਰਹੇ ਹਾਂ। ਹਰ ਪਾਸੇ ਬੱਚੇ ਨਹੀਂ ਹੈ, ਪਰ ਫਿਰ ਵੀ ਫੈਕਲਟੀ ਜਿਹੜੇ ਤੁਰੇ ਫਿਰਦੇ ਆ ਟੀਚਰ, ਉਹਨਾਂ ਦੇ ਕਦਮਾਂ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹ ਪਰਪਸਫੁਲ ਤੌਰ ਹੈ ਜਿਹੜੀ ਉਹਨਾਂ ਦੀ, ਉਹਦਾ ਵੀ ਇੱਕ ਜਿਹੜਾ ਨਾ ਪਰਪਸ ਉਹਦੇ ਵਿੱਚ ਨਜ਼ਰ ਆਉਂਦਾ। ਚਹਿਲ ਕਦਮੀ ਜਿਹਨੂੰ ਉਹ ਨਹੀਂ ਹੈ, ਸੱਚਮੁੱਚ ਇੱਕ ਬ੍ਰਿਸਕ ਵਾਕ ਹੈਗੀ ਹੈ ਜੀ। ਤੇ ਉਦੋਂ ਇਲਾਵਾ ਇਲਾਕੇ ਦੀ ਡਿਵੈਲਪਮੈਂਟ ਦੇ ਵਿੱਚ ਮੇਰਾ ਜ਼ਰੂਰ ਹੈਗਾ। ਸਿਰਫ ਅਸੀਂ ਵੇਟ ਕਰ ਰਹੇ ਹਾਂ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਜਦੋਂ ਥੋੜ੍ਹੀਆਂ ਜਿਹੀਆਂ ਹੋਰ ਖੁੱਲ੍ਹਦੀਆਂ ਨੇ। ਮੈਨੂੰ ਇਹ ਹੈ ਕਿ ਮੈਂ ਇਸ ਕਮਿਊਨਿਟੀ ਨੂੰ, ਜਿਹੜੇ ਪਿੰਡਾਂ ਦੇ ਲੋਕ ਹੈਗੇ ਆ, ਉਹਨਾਂ ਨੂੰ ਇਸ ਯੂਨੀਵਰਸਿਟੀ ਨਾਲ ਜੋੜ ਕੇ, ਹੋਰ ਕੁਛ ਨਹੀਂ, ਕਿਉਂਕਿ ਸਾਡਾ ਖੇਤੀਬਾੜੀ ਦਾ ਕਾਲਜ, ਸਾਡੀ ਖੇਤੀਬਾੜੀ ਦੀ ਜਿਹੜੀ ਪੜ੍ਹਾਈ ਹੈ ਜਾਂ ਜਿਹੜੇ ਇੱਥੇ ਕੰਮ ਕਰ ਰਹੇ ਆ ਅਧਿਆਪਕ, ਉਹਨਾਂ ਦਾ ਤਜਰਬਾ ਬਹੁਤ ਅੱਛਾ ਹੈ, ਔਰ ਇਹ ਖੇਤੀ ਪ੍ਰਧਾਨ ਇਲਾਕਾ, ਤਾਂ ਇੱਥੇ ਕੁਛ ਉਹੋ ਜਿਹੇ ਕੰਮ ਜ਼ਰੂਰ ਡਿਵੈਲਪਮੈਂਟਲ ਵਰਕ ਖੇਤੀ ਨਾਲ ਜੁੜੇ ਕੀਤੇ ਜਾਣ ਜੀ। ਔਰ ਜੇ ਲੇਡੀਜ਼ ਦਾ ਵਿੱਚ ਯੋਗਦਾਨ ਹੋ ਜਾਵੇ ਤਾਂ ਲਾਈਵਲੀਹੁੱਡ ਦੇ ਵਿੱਚ ਉਹ ਤਾਂ ਸੋਨੇ ਤੇ ਸੁਹਾਗਾ ਹੋਏਗਾ। ਬਿਲਕੁਲ ਜੀ। ਸੋ ਤੁਸੀਂ ਗੱਲ ਕੀਤੀ ਜੀ ਕੈਂਪੇਨ ਦੀ, ਤੇ ਤੁਸੀਂ ਕੋਈ ਕੈਂਪੇਨ ਵਗੈਰਾ ਵੀ ਪ੍ਰਮੋਟ ਕੀਤਾ? ਕੈਂਪੇਨ ਤੁਸੀਂ ਇੱਥੋਂ ਦੀ ਗੱਲ ਕਰੋਗੇ ਜਾਂ ਵੈਸੇ? ਜੀ, ਸੋਸ਼ਲ ਮੀਡੀਆ ਤੇ ਜੇਕਰ ਮੈਂ ਗੱਲ ਕਰਾਂ ਤਾਂ ਹਾਂਜੀ, ਸੋਸ਼ਲ ਮੀਡੀਆ ਤੇ ਮੈਂ ਥੋੜਾ ਜਿਹਾ ਇਸ ਇਲਾਕੇ ਦੇ ਲੋਕਾਂ ਨਾਲ ਕਨੈਕਟ ਹੋਣ ਦੇ ਲਈ ਇੱਕ ਫੇਸਬੁੱਕ ਪੇਜ ਸ਼ੁਰੂ ਕੀਤਾ, ਔਰ ਉਹਦੇ ਵਿੱਚ ਕੁਛ ਆਪਣੇ ਵਿਚਾਰ ਦੱਸਦੀ ਰਹਿੰਦੀ ਹਾਂ। 1-2 ਪੁਰਾਣੀਆਂ ਇੰਟਰਵਿਊਜ਼ ਪਾਈਆਂ ਨੇ ਉਹਦੇ ਵਿੱਚ, ਲੇਕਿਨ ਮੈਨੂੰ ਸੀਗਾ ਕਿ ਮੈਂ ਲੋਕਾਂ ਤੋਂ ਪੁੱਛਾਂ, ਉਹਨਾਂ ਦੇ ਇੱਕ ਮੈਂ ਉਹਦੇ ਉੱਤੇ ਪਾਇਆ ਸੀ ਕਿ ਤੁਹਾਡੇ ਸੁਪਨਿਆਂ ਨੂੰ ਵਰਬਲਾਈਜ਼ ਕਰੋ, ਹੈ ਨਾ, ਕਿ ਜੇ ਅੱਜ ਅਸੀਂ ਸੁਪਨਿਆਂ ਨੂੰ ਸ਼ਬਦ ਦਾ ਰੂਪ ਦੇਵਾਂਗੇ, ਕੱਲ ਨੂੰ ਉਹਨੂੰ ਕੰਮ ਦਾ ਰੂਪ ਵੀ ਦੇ ਸਕਦੇ ਹਾਂ, ਕਿਰਿਆਸ਼ਾਲੀ ਹੋ ਸਕਦੇ ਆ, ਤੇ ਉਸ ਤੋਂ ਬਾਅਦ ਰਿਐਲਿਟੀ ਬਣ ਸਕਦੇ। ਪਰ ਉਹਦੇ ਵਿੱਚ ਜਿਵੇਂ ਦਾ ਮੈਨੂੰ ਹੁੰਗਾਰਾ ਬਹੁਤ ਭਰਵਾਂ ਮਿਲਿਆ ਜੀ, ਲੇਕਿਨ ਉਹ ਲਾਈਕਸ ਦੇ ਰੂਪ ਦੇ ਵਿੱਚ ਮਿਲਿਆ। ਪਰ ਮੈਨੂੰ ਸੀਗਾ ਕੋਈ ਰੁਜ਼ਗਾਰ ਦੀ ਗੱਲ ਕਰੇ, ਕੋਈ ਪੜ੍ਹਾਈ ਦੀ ਗੱਲ ਕਰੇ, ਹੈ ਨਾ, ਉਹ ਗੱਲ, ਜਾਂ ਸ਼ਾਇਦ ਹਾਲੇ ਲੋਕੀ ਆਪਾਂ ਨੂੰ ਇੱਕ ਇਹ ਵੀ ਹੁੰਦਾ ਨਾ ਕਿ ਜੇ ਮੈਂ ਲਿਖਤਾ ਇਹੋ ਜਿਹੀ ਗੱਲ ਤਾਂ ਲੋਕੀ ਮੈਨੂੰ ਠਿੱਠ ਕਰਨਗੇ ਜਾਂ ਇੱਕ ਮਜ਼ਾਕ ਨਾ ਉਡਾ ਦੇਣ ਮੇਰਾ। ਹਾਂਜੀ, ਉਹ ਝਿਜਕ ਹੈ, ਕੀ ਚੀਜ਼ ਹੈ,
ਲੇਕਿਨ ਮੈਨੂੰ ਆਪਣੇ ਤੇ ਇੰਨਾ ਫੇਥ ਹੈਗਾ, ਔਰ ਜਿਹੜੀ ਮੈਨੂੰ ਗਾਈਡ ਕਰਨ ਵਾਲੀ ਉੱਪਰ ਇੱਕ ਫੋਰਸ ਹੈਗੀ ਆ, ਉਹ ਮੈਨੂੰ ਪਤਾ ਕਿ ਲੋਕਾਂ ਨੂੰ ਮੇਰੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੋੜ ਦੇਣਾ, ਔਰ ਮੈਂ ਆਪਣਾ ਇਹ ਚੀਜ਼ ਐਕਟੀਵਿਟੀ ਜਾਰੀ ਰੱਖੂੰਗੀ ਜੀ। ਸੋ ਸੋਸ਼ਲ ਮੀਡੀਆ ਤੇ ਵੀ ਮੈਮ ਤੁਸੀਂ ਕਾਫੀ ਐਕਟਿਵ ਹੋ ਤੇ ਫਾਰਮਰਸ ਨੂੰ ਮੋਟੀਵੇਟ ਵੀ ਕਰ ਰਹੇ ਹੋ, ਸੋ ਉਹ ਜਿਹੜੀ ਚੀਜ਼ ਹੈ ਉਹਨੂੰ ਕਿਵੇਂ ਮੈਨੇਜ ਕਰ ਰਹੇ ਹੋ? ਦੇਖੋ, ਮੇਰੀ ਏਜ ਤੇ ਕੋਈ ਫੈਮਿਲੀ ਰਿਸਪੌਂਸਿਬਿਲਿਟੀ ਇਹੋ ਜਿਹੀ ਹੁੰਦੀ ਨਹੀਂ ਜਿਹੜੀ, ਔਰ ਸੱਚਾਈ ਇਹ ਹੈ ਕਿ ਫੈਮਿਲੀ ਰਿਸਪੌਂਸਿਬਿਲਿਟੀ ਜਦੋਂ ਸੀਗੀ ਵੀ, ਉਦੋਂ ਵੀ ਮੈਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ, ਮਤਲਬ ਉਹ ਪੂਰੀ ਮੇਰੀ ਫੈਮਿਲੀ ਮੇਰੇ ਨਾਲ ਖੜੀ ਸੀ। ਜੇ ਮੈਂ ਇਹ ਕਹਾਂ ਕਿ ਮੈਂ ਇਹ ਕੰਮ ਕਰ ਸਕੀ ਕਿਉਂਕਿ ਮੈਂ ਇਸ ਦੇ ਕਾਬਿਲ ਸੀ, ਨੋ, ਇਹ ਹਮੇਸ਼ਾ ਟੀਮ ਵਰਕ ਹੁੰਦਾ, ਭਾਵੇਂ ਬੰਦਾ ਅੱਗੇ ਤੁਹਾਨੂੰ ਇੱਕ ਹੀ ਦਿਖਦਾ ਹੋਵੇ ਜੀ। ਬਿਲਕੁਲ ਇਸ ਵੇਲੇ ਤਾਂ ਇਹ ਹੈ ਕਿ ਮੈਂ ਇੰਡੀਆ ਦੇ ਵਿੱਚ ਇਕੱਲੀ ਹੀ ਇੱਥੇ ਆਪਣੀ ਹੈਗੀ ਆ, ਮੇਰੀ ਫੈਮਿਲੀ ਬਾਹਰ ਹੈ, ਲੇਕਿਨ ਉਹ ਉੱਥੋਂ ਵੀ ਗਾਈਡ ਕਰਦੇ ਰਹਿੰਦੇ ਆ। ਸਾਡੀਆਂ ਡਿਸਕਸ਼ਨ ਇਹੀ ਹੁੰਦੀਆਂ ਨੇ ਕਿ ਹੁਣ ਆਪਾਂ ਆਹ ਕਰੀਏ, ਹੁਣ ਇਸ ਤਰ੍ਹਾਂ ਕਰੀਏ, ਇਹ ਕਰੀਏ। ਜਿਹੜੇ ਆਈਡੀਆਜ਼ ਹੁੰਦੇ ਆ ਸੋਸ਼ਲ ਮੀਡੀਆ ਤੇ ਉਹ ਮੇਰੇ ਹੁੰਦੇ ਆ ਜੀ, ਲੇਕਿਨ ਜਿਹੜੀ ਕੈਂਪੇਨ ਬੈਕ ਐਂਡ ਮੇਰਾ ਬੇਟਾ ਹੈ ਕੈਨੇਡਾ ਦੇ ਵਿੱਚ, ਉਹ ਚਲਾ ਰਿਹਾ ਜੀ। ਸੋ ਟੈਕਨੀਕਲ ਹੈਲਪ ਉਹਦੀ ਹੁੰਦੀ ਹੈ। ਪਹਿਲਾਂ ਮੈਂ ਕਦੇ ਪੰਜਾਬੀ ਚ ਲਿਖਿਆ ਨਹੀਂ ਸੀਗਾ ਜੀ, ਲੇਕਿਨ ਹੁਣ ਮਤਲਬ ਲਿਖਿਆ ਇਨ ਦਾ ਸੈਂਸ ਟਾਈਪ ਨਹੀਂ ਸੀ ਕੀਤਾ ਕਦੇ, ਲੇਕਿਨ ਉਸ ਚੱਕਰ ਚ ਮੈਨੂੰ ਉਹ ਵੀ ਇੱਕ ਨਵੀਂ ਚੀਜ਼ ਸਿੱਖ ਲਈ ਮੈਂ, ਔਰ ਵੈਸੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ। ਔਰ ਇਹਦੇ ਵਿੱਚ ਮੈਨੂੰ ਇਹ ਹੈ ਕਿ ਪਿੱਛੇ ਜੇ ਮੈਂ ਕਿਹਾ ਸੀ ਕਿ ਕੀ ਸਾਡੇ ਕੋਲ ਪੰਜਾਬ ਦੇ ਵਿੱਚ ਖੇਤੀਬਾੜੀ ਲਈ ਬਲੂਪ੍ਰਿੰਟ ਹੈਗਾ, ਮੈਨੂੰ ਪਤਾ ਕੋਈ ਨਹੀਂ ਹੈ ਜੀ। ਮੈਂ ਹੁਣ ਹਿਸਟੋਰੀਕਲ ਡੇਟਾ ਇਕੱਠਾ ਕਰਵਾ ਰਹੀ ਹਾਂ ਲੋਕਾਂ ਤੋਂ ਜਿੰਨਾ ਹੁੰਦਾ, ਔਰ ਅਸੀਂ ਉਹਦੇ ਤੇ ਪ੍ਰਿਡਿਕਟਿਵ ਐਨਾਲਿਸਿਸ ਲਗਾ ਕੇ, ਮਤਲਬ ਅਸੀਂ ਜਿਹੜੀ ਖੇਤੀਬਾੜੀ ਹੈ ਉਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਕਿਉਂ ਨਹੀਂ ਅਪਣਾਉਂਦੇ ਜੀ। ਔਰ ਇਹ ਮੈਂ ਇਹ ਨਹੀਂ ਕਹਿ ਰਹੀ ਕਿ ਇੱਕ ਫਾਰਮਰ, ਸਾਡੀਆਂ ਸਰਕਾਰਾਂ ਦੇ ਕੋਲ ਮਤਲਬ, ਜਾਂ ਜਦੋਂ ਕੋਈ ਇੰਡਸਟਰੀ ਲੱਗਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਤੁਹਾਡੀਆਂ ਪ੍ਰੋਜੈਕਸ਼ਨਸ ਕੀ ਹੋਣਗੀਆਂ ਜੀ, ਕੀ ਸਾਡੇ ਕੋਲ ਖੇਤੀਬਾੜੀ ਦੇ ਲਈ ਪ੍ਰੋਜੈਕਸ਼ਨਸ ਹੈਗੀਆਂ? ਨਹੀਂ ਹੈਗੀ। ਤਾਂ ਉਹ ਬਲੂਪ੍ਰਿੰਟ ਤਿਆਰ ਕਰਨਾ, ਅਸੀਂ ਖੇਤੀ ਵਿਭਿੰਨਤਾ ਦੀ ਗੱਲ ਕਰੀ ਜਾਂਦੇ ਹਾਂ। ਇਹ ਵੀ ਹੈ ਕਿ ਥੋੜਾ ਅਗਲੇ ਸਾਲ ਦਾ ਐਸਟੀਮੇਟ ਹੈਗਾ ਕਿ ਕਾਟਨ ਕ੍ਰੌਪ ਐਕਟ ਜਿਹੜਾ ਐਸਟੀਮੇਟ ਸੀ ਉਦੋਂ ਜ਼ਿਆਦਾ ਏਰੀਆ ਕਾਟਨ ਦੇ ਅੰਡਰ ਆ ਗਿਆ, ਜਾਂ ਬਾਸਮਤੀ ਦੇ ਜਿੰਨੀ ਪਿਛਲੇ ਸਾਲ ਸੀ ਉਦੋਂ ਜ਼ਿਆਦਾ ਏਰੀਆ ਬਾਸਮਤੀ ਦੇ ਅੰਡਰ ਆ ਗਿਆ। ਲੇਕਿਨ ਜੇ ਅਸੀਂ ਇੱਕ ਬਹੁਤ ਸਾਇੰਟੀਫਿਕ ਤਰੀਕੇ ਨਾਲ ਆਪਣਾ ਪਹਿਲਾਂ ਤਾਂ ਬਲੂਪ੍ਰਿੰਟ ਬਣਾਈਏ, ਫਿਰ ਕਿਸਾਨਾਂ ਦੇ ਨਾਲ, ਕਿਸਾਨਾਂ ਨੂੰ ਮੈਨੂੰ ਪਤਾ ਕਿ ਜਿਹੜੇ ਖੇਤੀਬਾੜੀ ਮਾਹਰ ਹੈਗੇ ਆ ਉਹਨਾਂ ਤੇ ਫੇਥ ਹੈ ਜੀ। ਇੱਕ ਸਾਡਾ ਪਸਾਰ ਸਿੱਖਿਆ ਇੰਨੀ ਕੁ ਸਟਰੋਂਗ ਇੱਕ ਲਿੰਕ ਹੈਗਾ ਕਿ ਉਹਨਾਂ ਨੂੰ ਫੇਥ ਹੈਗਾ। ਆਪਾਂ ਹੌਲੀ ਹੌਲੀ ਉਹਨਾਂ ਨੂੰ ਇਸ ਪਾਸੇ ਲੈ ਕੇ ਆਈਏ ਕਿ ਦੇਖੋ ਬਾਸਮਤੀ ਤਾਂ ਉਹ ਅੰਮ੍ਰਿਤਸਰ ਗੁਰਦਾਸਪੁਰ ਵੱਲ ਹੈ, ਜਾਂ ਇੱਥੇ ਥੋੜਾ ਜਿਹਾ ਇੱਧਰਲੇ ਪਾਸੇ ਸੰਗਰੂਰ ਵੱਲ ਏਰੀਆ ਹੈਗਾ ਜੀ, ਹੋਰਾਂ ਥਾਵਾਂ ਤੇ ਬਾਸਮਤੀ ਆਪਾਂ ਨਾ ਲਾਈਏ ਪਹਿਲੀ ਚੀਜ਼, ਕਿਉਂਕਿ ਉਹਦੇ ਨਾਲ ਕੀ ਹੁੰਦਾ, ਪ੍ਰਾਈਸਿਸ ਕ੍ਰੈਸ਼ ਹੋ ਜਾਂਦੀਆਂ ਨੇ ਫਿਰ ਜੀ, ਹੈ ਨਾ, ਮੁੜ ਕੇ ਕੁਛ ਨਹੀਂ ਮਿਲਦਾ। ਤਾਂ ਇਹੋ ਜਿਹੀਆਂ ਸਾਡੇ ਕੋਲ ਪਲਾਨਸ ਹੋਣੇ ਚਾਹੀਦੇ ਆ, ਔਰ ਇੱਕ ਪਲਾਨ, ਮੈਂ ਪਲਾਨ ਵਰਤ ਰਹੀ ਹਾਂ ਵਰਡ, ਹੈ ਨਾ, ਪਲੂਰਲ ਵਰਤ ਰਹੀ ਹਾਂ, ਇੱਕੋ ਅਪਰੋਚ ਨਹੀਂ ਹੋਣੀ ਚਾਹੀਦੀ। ਸਾਡੇ ਕੋਲ ABC ਅਪਰੋਚ ਹੋਣੀ ਚਾਹੀਦੀ ਹੈ। ਹਾਂਜੀ, ਆਪਾਂ ਇੱਕ ਬਾਸਕਟ ਆਫਰ ਕਰੀਏ ਕਿਸਾਨਾਂ ਨੂੰ ਕਿ ਆਹ ਹੈਗਾ ਸਾਡੇ ਕੋਲ, ਇਹਦੇ ਵਿੱਚੋਂ ਤੁਸੀਂ ਦੇਖੋ ਜਿਹੜਾ ਤੁਹਾਡੇ ਮਾਲੀ ਤੌਰ ਤੇ ਤੁਹਾਡੇ ਲਈ ਤੁਹਾਡੀ ਇਨਪੁਟਸ ਦੇਖ ਕੇ, ਤੁਹਾਡੇ ਰਿਸੋਰਸਿਸ ਦੇਖ ਕੇ, ਔਰ ਆਉਣ ਵਾਲੀ ਮਾਰਕੀਟ ਦੇਖ ਕੇ ਜੀ ਇਹ ਚੀਜ਼, ਇਹਦੀ ਖੇਤੀ ਕਰੋ, ਆਹ ਫਸਲ ਉਗਾਓ ਜੀ, ਤਾਂ ਉਹ ਇੱਕ ਬੈਟਰ ਅਪਰੋਚ ਹੋਊਗੀ। ਹਾਲੇ ਤੱਕ ਇਹ ਹੈ ਕਿ ਖੇਤੀਬਾੜੀ ਜਿਹੜੀ ਕਾਫੀ ਜ਼ਿਆਦਾ ਖੋਜ ਹੈ, ਆਪਾਂ ਨਾ ਬਰੀਡਿੰਗ ਵੱਲ ਹੀ ਗਏ ਆ ਜੀ। ਹਾਂਜੀ, ਕਿ ਆਪਾਂ ਫਸਲਾਂ ਦੀਆਂ ਨਸਲਾਂ ਨੂੰ ਇੰਪਰੂਵ ਕਰਨ ਵੱਲ ਗਏ ਆ। ਬਹੁਤ ਜ਼ਰੂਰੀ ਹੈ ਉਹ, ਇੱਕ ਟਾਈਮ ਤੇ ਸਮੇਂ ਦੀ ਲੋੜ ਸੀ, ਔਰ ਜ਼ਰੂਰੀ ਵੀ ਹੋ ਜਾਂਦਾ ਕਿਉਂਕਿ ਨਹੀਂ ਤਾਂ ਰੈਜ਼ਿਸਟੈਂਸ ਡਿਵੈਲਪ ਹੋ ਜਾਂਦਾ ਕਈ ਚੀਜ਼ਾਂ ਲਈ, ਕਈ ਮਿਊਟੇਸ਼ਨਸ ਆ ਜਾਂਦੀਆਂ ਨੇ ਜੀ। ਪਰ ਇਸ ਦੇ ਨਾਲ ਨਾਲ ਅੱਜ ਕੱਲ ਹੋਰ ਚੀਜ਼ਾਂ ਜ਼ਰੂਰੀ ਹੈ ਜੀ। ਡਾਇਵਰਸਿਫਿਕੇਸ਼ਨ ਪਲਾਨ ਕੀ ਹੈ, ਕੀ ਅਸੀਂ ਇਹਨਾਂ ਦੀ ਵੈਲਿਊ ਐਡੀਸ਼ਨ ਕਰ ਸਕਦੇ ਹਾਂ ਜੀ, ਹੈ ਨਾ, ਕਿ ਅਸੀਂ ਸਾਡੇ ਬ੍ਰਾਂਡ ਬਿਲਡਿੰਗ ਕਿਉਂ ਨਹੀਂ ਹੋਈ। ਬਰਗਾੜੀ ਦੇ ਵਿੱਚ ਗੁੜ ਬੜਾ ਸੋਹਣਾ ਬਣਦਾ, ਉਹਨੂੰ ਇੱਕ ਬ੍ਰਾਂਡ ਦੇ ਤੌਰ ਤੇ ਅਸੀਂ ਕਿਉਂ ਨਹੀਂ ਡਿਵੈਲਪ ਕਰ ਦਿੰਦੇ। ਨਿਸ਼ ਏਰੀਆ
है ना, हर ਥਾਂ ਤੇ ਛੋਟੀਆਂ मैं 17 ਇਹੋ ਜਿਹੀਆਂ ਨਿਸ਼ਿਜ਼ ਪੰਜਾਬ ਦੇ ਵਿੱਚ ਆਈਡੈਂਟੀਫਾਈ ਕੀਤੀਆਂ ਨੇ ਜੀ, ਜਿਨ੍ਹਾਂ ਦੀਆਂ ਬ੍ਰਾਂਡਸ ਬਿਲਡ ਕੀਤੀਆਂ ਜਾ ਸਕਦੀਆਂ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਜੀ। ਸੋ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ, ਤੇ ਸਾਡੇ ਇੱਕ ਲਿਸਨਰ ਨੇ ਤੁਹਾਡੇ ਤੋਂ ਮੈਮ ਇੱਕ ਸਵਾਲ ਪੁੱਛਿਆ ਹੈਗਾ। ਆਸਟ੍ਰੇਲੀਆ ਤੋਂ ਪ੍ਰੇਮ ਜੀ ਇੱਕ ਸਵਾਲ ਪੁੱਛ ਰਹੇ ਕਿ ਤੁਸੀਂ ਪਿੰਡ ਵਿੱਚ ਜਾ ਕੇ ਜਾਗਰੂਕ ਕਰਦੇ ਹੋ? ਦੇਖੋ, ਇੱਕ ਜ਼ਮਾਨਾ ਸੀ ਜਦੋਂ ਪਿੰਡ ਦੇ ਵਿੱਚ ਜਾ ਕੇ ਜਾਗਰੂਕ ਕਰਨਾ ਪੈਂਦਾ ਸੀ, ਔਰ ਉਦੋਂ ਮੈਂ ਬਹੁਤ ਕੰਮ ਕੀਤਾ ਪਿੰਡਾਂ ਦੇ ਵਿੱਚ ਵੀ ਜੀ। ਭਾਵੇਂ ਤੁਸੀਂ ਸਾਊਥ ਵੈਸਟਰਨ ਕੌਣੀ ਦੀ ਗੱਲ ਕੀਤੀ ਸੀ, ਕੌਣੀ ਦੇ ਨਾਲ ਦੋਦਾ ਸੀ, ਆਸਾ ਬੁੱਟਰ, ਇੱਧਰ ਇਹਨਾਂ ਪਿੰਡਾਂ ਦੇ ਵਿੱਚ ਵੀ ਕਿਸੇ ਟਾਈਮ ਕੰਮ ਕੀਤਾ। ਤੁਸੀਂ ਇਹ ਦੇਖੋ ਕਿ ਇੱਥੋਂ ਤੇ ਲੈ ਕੇ ਜੇ ਆਪਾਂ ਸ਼ਿਵਾਲਿਕਸ ਵੱਲ ਗੱਲ ਕਰੀਏ, ਜਿਹੜਾ ਆਪਣਾ ਹੈਗਾ ਕੰਢੀ ਏਰੀਆ ਹੈਗਾ ਜੀ, ਮੈਂ ਉਧਰ ਦੇ ਪਿੰਡਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ। ਉਹ ਪਿੰਡਾਂ, ਲੇਕਿਨ ਹੁਣ ਕੀ ਹੈ, ਸਾਡੇ ਕੋਲ ਇੰਨੇ ਪਲੇਟਫਾਰਮਸ ਹੋ ਗਏ, ਡਿਜੀਟਲ ਪਲੇਟਫਾਰਮਸ ਹੋ ਗਏ ਹੈ ਸਾਡੇ ਕੋਲ, ਜਿਨ੍ਹਾਂ ਦੇ ਨਾਲ ਕਨੈਕਟ ਕਰਨਾ ਬਹੁਤ ਆਸਾਨ ਵੀ ਹੋ ਗਿਆ, ਐਫੀਸ਼ੀਐਂਟ ਵੀ ਹੋ ਗਿਆ, ਔਰ ਜ਼ਿਆਦਾ ਇੰਟਰੈਕਟਿਵ ਹੈਗਾ ਜੀ, ਹੈ ਨਾ। ਜਿਵੇਂ ਤੁਸੀਂ ਮੇਰੇ ਨਾਲ ਆਸਟ੍ਰੇਲੀਆ ਤੋਂ ਤੁਹਾਡੇ ਲਿਸਨਰ ਜੁੜੇ ਹੈਗੇ ਆ, ਇਸੇ ਤਰ੍ਹਾਂ ਮੈਂ ਫੇਸਬੁੱਕ ਦੀ ਗੱਲ ਕਰ ਰਹੀ ਸੀ, ਕੋਈ ਉਹਦੇ ਤੇ ਮੇਰੇ ਨਾਲ ਹੁਣ ਜੁੜ ਗਏ ਆ ਲੋਕ। ਉਸ ਤੋਂ ਬਾਅਦ ਇੱਕ ਹਾਲੇ ਤਾਂ ਮੈਂ ਇਹ ਕਹੂੰਗੀ ਕਿ ਡਾਇਲੌਗ ਹੀ ਚੱਲਿਆ, ਲੇਕਿਨ ਉਹਨੂੰ ਮੈਂ ਫੁੱਲੀ ਇੰਟਰੈਕਟਿਵ ਬਣਾਉਂਗੀ ਜੀ। ਇੰਟਰੈਕਸ਼ਨ ਕਰਨਾ ਬਹੁਤ ਜ਼ਰੂਰੀ ਹੈ ਜੀ। ਔਰ ਪਿੰਡਾਂ ਦੇ ਵਿੱਚ 1 to 1 ਇੱਕ ਵਿਲੇਜ ਦੇ ਵਿੱਚ ਜਾ ਕੇ ਬੈਟਰ ਹੈ ਕਿ ਅਸੀਂ ਇੱਕ ਕਲਸਟਰ ਅਪਰੋਚ ਰੱਖੀਏ, ਹੈ ਨਾ ਜੀ। ਪਿੰਡ ਦੇ ਵਿੱਚ ਜਿਵੇਂ ਸਰਪੰਚ ਹੈਗੇ ਆ, ਮਤਲਬ ਇੱਕ ਪਿੰਡ 'ਚ ਜਾ ਕੇ ਆਪਾਂ ਪਿੰਡਾਂ ਦੇ ਸਰਪੰਚ ਜਾਂ ਜਿਹੜੇ ਇਨਫਲੂਐਂਸਰਸ ਹੁੰਦੇ ਆ, ਮਹਿਲਾ ਮੰਡਲ ਦੀ ਪ੍ਰਧਾਨ ਹੈ ਕੋਈ, ਜਾਂ ਕੋਈ ਹੋਰ ਸਿਰਕੱਢ ਲੋਕ ਹੈਗੇ ਆ ਪਿੰਡਾਂ ਦੇ, ਪਹਿਲਾਂ ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਉਹਨਾਂ ਨੂੰ ਇਹ ਦੱਸੀਏ ਕਿ ਇਹ ਕੰਮ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਪਿੰਡਾਂ 'ਚ ਜਾਈਏ, ਕਿਉਂਕਿ ਇੱਕ ਜਦੋਂ ਆਪਾਂ ਡਿਵੈਲਪਮੈਂਟਲ ਕੰਮ ਕੋਈ ਕਰਨਾ ਚਾਹੁੰਦੇ ਹਾਂ, ਕੋਈ ਅਵੇਅਰਨੈਸ ਵੀ ਕ੍ਰੀਏਟ ਕਰਨਾ ਚਾਹੁੰਦੇ ਹਾਂ, ਉਸ ਤੋਂ ਸਭ ਤੋਂ ਪਹਿਲਾਂ ਹੈਗਾ ਕਿ ਮੋਬਿਲਾਈਜ਼ਿੰਗ ਪੀਪਲ ਜੀ। ਹਾਂ, ਉਹ ਮੋਬਿਲਾਈਜੇਸ਼ਨ ਵਾਲਾ ਸਟੈਪ ਜਿਹੜਾ ਪਹਿਲਾਂ ਪਿੰਡ ਜਾ ਕੇ ਕਰਨਾ ਪੈਂਦਾ ਸੀ, ਪਰ ਉਹ ਆਪਾਂ ਹੁਣ ਮਤਲਬ ਇੱਕ ਡੈਮੋਨਸਟ੍ਰੇਸ਼ਨ ਪਲਾਟ ਇੱਥੇ ਲਗਾ ਕੇ ਯੂਨੀਵਰਸਿਟੀ ਦੇ ਵਿੱਚ ਸਰਪੰਚਾਂ ਨੂੰ, ਇਨਫਲੂਐਂਸਰਸ ਨੂੰ, ਜਿਹੜੇ ਮੈਂ ਇਨਕਲੂਸਿਵ ਗੱਲ ਕਰੂੰਗੀ, ਮੈਂ ਇਹ ਨਹੀਂ ਕਿ ਸਰਪੰਚ ਤਾਂ ਪਾਵਰਫੁਲ ਹੁੰਦੇ ਆ ਜੀ, ਇਹ ਹੈ ਉਹ ਹੈ, ਪਿੰਡ ਦੇ ਕੁਝ ਪ੍ਰਤੀਨਿਧੀਆਂ ਨੂੰ ਇੱਥੇ ਲਿਆ ਕੇ ਦਿਖਾਣਾ, ਔਰ ਮਤਲਬ ਕਹਿੰਦੇ ਆ ਨਾ ਹੱਥ ਕੰਗਣ ਨੂੰ ਆਰਤੀ ਕੀ, ਹੈ ਨਾ ਜੀ, ਪੜ੍ਹੇ ਲਿਖੇ ਨੂੰ ਫਾਰਸੀ ਹੈ ਨਾ, ਹਾਂ, ਪ੍ਰਮਾਣ ਜਿੱਥੇ ਮਿਲ ਰਿਹਾ ਤੁਹਾਨੂੰ ਉਸ ਚੀਜ਼ ਦਾ, ਇੱਥੇ ਲਿਆ ਕੇ ਮੋਬਿਲਾਈਜੇਸ਼ਨ ਦਾ ਪ੍ਰੋਸੈਸ ਇੱਥੋਂ ਸ਼ੁਰੂ ਕਰਨਾ ਚਾਹੂੰਗੀ, ਫਿਰ ਉਹਨਾਂ ਦੇ ਪਿੰਡ ਜਾ ਕੇ ਜੀ, ਹੈ ਨਾ। ਪਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਨੀਡ ਅਸੈਸਮੈਂਟ। ਬਿਲਕੁਲ, ਜਿਹੜੀ ਮੈਂ ਤੁਹਾਨੂੰ ਆਪਣੀ ਪੋਸਟ ਦੀ ਗੱਲ ਕੀਤੀ ਸੁਪਨਿਆਂ ਵਾਲੀ ਦੀ, ਉਹ ਇੱਕ ਬੇਸਿਕਲੀ ਨੀਡ ਅਸੈਸਮੈਂਟ ਦੇ ਲਈ ਇੱਕ ਸਟੈਪ ਸੀਗਾ ਮੇਰਾ ਜੀ। ਹਾਂ, ਤੇ ਪਹਿਲਾਂ ਨੀਡ ਅਸੈਸ ਕਰਕੇ ਫਿਰ ਲੋਕਾਂ ਨੂੰ ਮੋਬਿਲਾਈਜ਼ ਕਰੋ। ਉਹ ਕਿਤੇ ਵੀ ਤੁਸੀਂ ਕਰ ਸਕਦੇ ਹੋ ਅੱਜ ਕੱਲ, ਠੀਕ ਹੈ। ਇੱਕ ਵਾਰ ਪਿੰਡ ਜਾਣ ਤੋਂ ਬਾਅਦ ਆਪਾਂ ਕਹਿ ਦਾਂਗੇ ਕਿ ਠੀਕ ਹੈ, ਆਪਾਂ ਹਰ ਤੀਜੇ ਦਿਨ ਮਿਲਿਆ ਕਰਾਂਗੇ ਜੀ। ਅਸੀਂ ਜ਼ੂਮ ਤੇ ਵੀ ਮਿਲ ਸਕਦੇ ਹਾਂ, ਅਸੀਂ ਜਿਵੇਂ ਤੁਹਾਡੇ ਨਾਲ ਮੈਂ ਕਨੈਕਟ ਹੋਈ ਹਾਂ ਹੁਣ, ਇਸ ਤਰ੍ਹਾਂ ਵੀ ਅਸੀਂ ਫੋਨ ਦੇ ਦੁਆਰਾ ਵੀ ਮਿਲ ਸਕਦੇ ਹਾਂ ਇੱਕ ਦੂਸਰੇ ਨੂੰ। ਸੋ ਬਹੁਤ ਤਰੀਕੇ ਹੁਣ ਆ ਗਏ ਹੈ, ਔਰ ਚੀਜ਼ ਇਹ ਹੈ ਕਿ ਜੋ ਵੀ ਇੰਟਰੈਕਸ਼ਨ ਹੈ ਉਹ ਇੱਕ ਕੰਟੀਨਿਊਟੀ ਰਹਿਣੀ ਚਾਹੀਦੀ ਹੈ, ਔਰ ਉਹ ਇੱਕ ਇਹੋ ਜਿਹੀ ਸਟੇਜ ਤੇ ਮਤਲਬ ਜਿਹੜਾ ਉਹਦਾ ਇੱਕ ਭਾਗ ਹੈਗਾ ਇਹੋ ਜਿਹੀ ਸਟੇਜ ਤੇ ਖਤਮ ਹੋਣਾ ਚਾਹੀਦਾ ਕਿ ਲੋਕ ਅਗਲੇ ਦੀ ਤਾਂਘ ਰੱਖਣ ਜੀ। ਬਿਲਕੁਲ, ਉਡੀਕਣ ਉਹਨੂੰ ਜੀ। ਬਿਲਕੁਲ, ਹਾਂਜੀ। ਸੋ ਮੈਮ, ਇੰਟਰਸਟਿੰਗ ਗੱਲਾਂ ਬਾਤਾਂ ਤੁਸੀਂ ਦੱਸ ਹੀ ਰਹੇ ਹੋ, ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈਗਾ ਤੁਹਾਡੇ ਤੋਂ। ਤੇ ਲਾਸਟ ਬਟ ਨਾਟ ਦ ਲੀਸਟ, ਮੈਸੇਜ ਕੀ ਦੇਣਾ ਚਾਹੋਗੇ? ਮੈਸੇਜ ਮੈਂ ਯੂਥ ਨੂੰ ਜ਼ਿਆਦਾ ਦੇਣਾ ਚਾਹੂੰਗੀ ਜੀ, ਪਰ ਸਾਰਿਆਂ ਲਈ ਜੀ। ਬਹੁਤ ਸਾਰੇ ਕਿ ਪੰਜਾਬ ਦੇ ਵਿੱਚ ਕੀ ਹੈਗਾ ਜੀ, ਪੰਜਾਬ ਦੇ ਵਿੱਚ ਸਭ ਕੁਝ ਹੈ, ਲੇਕਿਨ ਆਪਾਂ ਨੂੰ ਇੱਕ ਜਿਹੜਾ ਸਾਡਾ ਇੱਕ ਚੌਧਰ ਵਾਲਾ ਹੈ ਨਾ, ਕਿ ਆਪਾਂ ਨੂੰ ਤਾਂ ਚੌਧਰ ਚਾਹੀਦੀ ਹੈ, ਉਹ ਜਿਹੜਾ ਐਟੀਟਿਊਡ ਹੈ ਉਹ ਇੱਕ ਪਾਸੇ ਰੱਖ ਕੇ ਆਪਾਂ ਕੰਮ ਕਰਨਾ ਸ਼ੁਰੂ ਕਰੀਏ ਜੀ। ਖੇਤੀ
ਜਿਹੜਾ ਕਿਸਾਨੀ ਕਰਨ ਦੀ ਬਜਾਏ ਇਹ ਕਹੇ ਕਿ ਮੈਂ ਖੇਤੀ ਦਾ ਬਿਜ਼ਨਸ ਕਰ ਰਿਹਾ, ਮੈਂ ਖੇਤੀ ਦਾ ਵਪਾਰ ਕਰ ਰਿਹਾ। ਸਾਡੇ ਵਿੱਚ ਇੰਨੀ ਕੁ ਸੈਲਫ ਰਿਸਪੈਕਟ ਹੋਣੀ ਚਾਹੀਦੀ ਹੈ। ਦੂਸਰੀ ਚੀਜ਼ ਕਿ ਇੱਥੇ ਵਿਹਲੇ ਬਹਿ ਕੇ ਆਪਾਂ ਟਾਈਮ ਪਾਸ ਕਰਾਂਗੇ ਕਿ ਅਸੀਂ ਜੀ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਨਿਊਜ਼ੀਲੈਂਡ ਵੇਟ ਕਰ ਰਹੇ ਹਾਂ। ਪਰ ਠੀਕ ਹੈ, ਮੈਂ ਇਹ ਨਹੀਂ ਕਹਿੰਦੀ ਨਾ ਜਾਓ, ਹਰ ਇੱਕ ਕੋਈ ਨਵੇਂ ਅਫਸਰ ਤਲਾਸ਼ਦਾ ਹੈ, ਇਸ ਕਰਕੇ ਠੀਕ ਹੈ ਉਹ ਅਗਰ ਉਹਨਾਂ ਦਾ ਉਹ ਸੁਪਨਾ। ਪਰ ਇੱਥੇ ਉਨੀ ਦੇਰ ਵਿਹਲੇ ਕਿਉਂ ਬੈਠੀਏ? ਜੀ ਬਿਲਕੁਲ, ਇੱਥੇ ਵੀ ਉਨੀ ਦੇਰ ਕੁਛ ਨਾ ਕੁਛ ਕਰੀਏ। ਯੂਥ ਦੇ ਵਿੱਚ ਨਾ ਮੈਨੂੰ ਇੱਕ ਸੈਂਸ ਆਫ ਡਾਇਰੈਕਸ਼ਨ, ਲੈਕ ਆਫ ਡਾਇਰੈਕਸ਼ਨ ਨਜ਼ਰ ਆਉਂਦੀ ਹੈ। ਉਸ ਚੀਜ਼ ਦੇ ਲਈ ਉਹਨਾਂ ਨੂੰ ਵੀ ਹੰਬੜਾ ਮਾਰਨਾ ਪਊਗਾ, ਸਾਡੇ ਵਰਗੇ ਲੋਕਾਂ ਨੂੰ ਵੀ ਹੰਬੜਾ ਮਾਰਨਾ ਪਊਗਾ ਉਹਨਾਂ ਨੂੰ ਰਸਤਾ ਦਿਖਾਉਣ ਦੇ ਲਈ। ਪਰ ਅਖੀਰ 'ਚ ਤੁਸੀਂ ਬੁਰਕੀ ਮੂੰਹ ਤੱਕ ਲੈ ਕੇ ਜਾ ਸਕਦੇ ਹੋ, ਖਾਣੀ ਤਾਂ ਆਪ ਹੀ ਹੁੰਦੀ ਹੈ। ਸੋ ਯੂਥ ਨੂੰ ਇਸ ਵੇਲੇ ਇੱਕ ਹੰਬੜਾ ਮਾਰਨ ਦੀ ਜ਼ਰੂਰਤ ਹੈ ਜੀ। ਸੋ ਮੈਂ ਕਹਾਂ ਕਿ ਮੈਂ ਵੀ ਯੂਥ 'ਚ ਆ ਜਾਂਦੀ ਹਾਂ, ਸੋ ਮੈਨੂੰ ਵੀ ਇਹ ਮੈਸੇਜ ਜਿਹੜਾ ਹੈ ਬੜਾ ਵਧੀਆ ਲੱਗਿਆ ਤੁਹਾਡਾ। ਹਾਂਜੀ ਹਾਂ, ਹਰ ਕੋਈ ਇੱਕ ਸੁਪਨਾ ਦੇਖ ਕੇ ਉਧਰ ਨੂੰ ਚੱਲਣ ਦੀ ਕੋਸ਼ਿਸ਼ ਕਰੇ। ਜੀ ਬਿਲਕੁਲ ਬਿਲਕੁਲ ਜੀ। ਸੋ ਡਾਕਟਰ ਨੀਲਮ ਗਰੇਵਾਲ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਆਪਣਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਥੈਂਕ ਯੂ ਸੋ ਮਚ ਮੈਮ।